ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮੈਂਟੂ ਗੁਰਸਰੀਆ ਜੀ। ਮੈਂਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਜੀ ਸ਼ੁਕਰੀਆ ਜੀ ਪ੍ਰਵੀਨ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 21 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 415-909-0503। ਜੀ ਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜੀ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਰੈਂਟਨ GN ਲੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਆ ਸੈਂਤਾ ਨੇਲਾ ਦੀ, ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਮੈਂਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਫਲੱਡਾਂ ਤੋਂ। ਫਲੱਡ ਰਾਹਤ ਦੇ ਵਿੱਚ ਵੀ ਸਿਆਸਤ ਚਮਕਾਉਣ ਦਾ ਦਾਅ ਜੀ। ਹਾਂਜੀ ਬਿਲਕੁਲ, ਦੇਖੋ ਗੱਲ ਕੀ ਹੈ ਕਿ ਸਿਆਸਤ ਤਾਂ ਤੁਸੀਂ ਦੇਖਿਆ ਹੀ ਹੈ ਨਾ ਕਿ ਕੁਝ ਲੋਕ ਬੜੀ ਸ਼ਿੱਦਤ ਦੇ ਨਾਲ, ਬੜੀ ਮਿਹਨਤ ਦੇ ਨਾਲ ਕੰਮ ਕਰਦੇ ਆ, ਲੋਕਾਂ ਦੇ ਨਾਲ ਖੜਦੇ ਆ। ਸਿਆਸਤਦਾਨ ਹੀ ਹੁੰਦੇ ਆ, ਉਹ ਕੋਈ ਹੋਰ ਨਹੀਂ ਹੁੰਦੇ। ਪਰੰਤੂ ਕੁਝ ਲੋਕ ਆਪਣਾ ਚਿਹਰਾ ਜਿਹੜਾ ਉਹ ਅਖਬਾਰਾਂ ਦੇ ਵਿੱਚ ਛਪਾਉਣ ਵਾਸਤੇ, ਕੁਝ ਮਾਈਲੇਜ ਖੱਟਣ ਵਾਸਤੇ, ਐਸਾ ਤਿਗੜਮਬਾਜ਼ਾ ਵਾਲਾ ਕੰਮ ਜਿਹੜਾ ਤੁਹਾਨੂੰ ਪਤਾ ਉਹ ਹੀ ਚੱਲਦਾ ਹੈ ਨਾਲ। ਪਰ ਅੱਜ ਇੱਕ ਹੋਰ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਦੇਖੋ ਦੋਸ਼ ਲੱਗਾ, ਇੱਕ ਕੁੜੀ ਹੈ ਵੈਲਡਿੰਗ ਗਰਲ ਦੇ ਨਾਂ ਨਾਲ ਮਸ਼ਹੂਰ ਹੈ, ਬਰਾਊਨ ਕੁੜੀ, ਬੜੀ ਫੇਮਸ ਆ ਉਹ ਜੀ। ਤਾਂ ਦਰਅਸਲ ਕੀ ਹੈ ਕਿ ਉਹ ਤੇ ਕੁਝ ਉਹਨਾਂ ਦੇ ਸਾਥੀ ਜਾ ਰਹੇ ਸੀਗੇ ਉਹ ਮੰਡਾਲਾ ਪਿੰਡ, ਜਿੱਥੇ ਉਹ ਤੁਸੀਂ ਬੰਨ ਰੁੜਿਆ ਸੀਗਾ, ਉੱਥੇ ਲਾਗੇ ਬੰਨੇ ਜਿੱਥੇ ਬਹੁਤ ਜ਼ਿਆਦਾ ਮਾਰ ਪਈ ਹੈ। ਜਦੋਂ ਉੱਥੇ ਜਾ ਰਹੇ ਸੀਗੇ ਤਾਂ ਪੁਲਿਸ ਰੋਕ ਲੈਂਦੀ ਹੈ ਤਾਂ ਪ੍ਰਸ਼ਾਸਨ ਇਹ ਗੱਲ ਕਹਿੰਦਾ ਕਿ ਤੁਸੀਂ ਸਿੱਧੀ ਰਸਦ ਲੈ ਕੇ ਨਹੀਂ ਜਾ ਸਕਦੇ ਉੱਥੇ। ਅੱਛਾ। ਉਹ ਕਹਿੰਦੇ ਫੇਰ ਉਹ ਕਹਿੰਦੇ ਜੇ ਜਾਣਾ ਤੇ ਵਹੀਕਲਾਂ ਤੇ ਤੁਹਾਨੂੰ ਉਹ ਸਰਕਾਰੀ ਸਟicker ਲਾ ਕੇ ਲਿਜਾਣਾ ਪਏਗਾ ਕਿ ਉਹ ਉਹਨਾਂ ਵੱਲੋਂ ਜਾ ਰਿਹਾ, ਫੰਡ ਜਾ ਰਿਹਾ ਜਾਂ ਰਸਦ ਜਾ ਰਹੀ ਹੈ, ਜੋ ਵੀ ਹੈ। ਮੁੱਖ ਮੰਤਰੀ ਦੀ ਉੱਤੇ ਫੋਟੋ ਲੱਗੀ ਆ। ਤਾਂ ਜਿਹੜੇ ਲੋਕ ਬਾਦਲ ਦੀਆਂ, ਕੈਪਟਨ ਦੀਆਂ ਫੋਟੋਆਂ ਨਿੰਦ ਕੇ ਇੱਥੋਂ ਤੱਕ ਆਏ ਆ, ਤੁਸੀਂ ਹਿਸਾਬ ਲਾ ਲਓ ਕਿ ਉਹਨਾਂ ਦੇ ਸਟicker ਚਿਪਕਾਏ ਜਾ ਰਹੇ ਆ ਤਾਂ ਕਿ ਲੋਕਾਂ ਨੂੰ ਲੱਗੇ ਕਿ ਸ਼ਾਇਦ ਸਰਕਾਰ ਨੇ ਖਿਲਾਏ। ਹੁਣ ਦੇਖੋ, ਜਿਹੜਾ ਕੋਈ ਸੇਵਾ ਲੈ ਕੇ ਜਾਂਦਾ ਹੈ ਉਹ ਇਹ ਥੋੜੀ ਦੱਸੇਗਾ ਕਿ ਨਹੀਂ ਨਹੀਂ ਯਾਰ ਇਹ ਸਾਡਾ ਆਪਣਾ ਹੈ ਤੇ ਸਟicker ਤੇ ਐਵੇਂ ਲਾਇਆ। ਤੇ ਜੇ ਏਦਾਂ ਵੀ ਕਹੇਗਾ ਤਾਂ ਅਗਲਾ ਕਹੇਗਾ ਕਿ ਆਮ ਆਦਮੀ ਪਾਰਟੀ ਦੇ ਬੰਦੇ ਹੋਣੇ ਆ। ਤਾਂ ਤੁਸੀਂ ਦੇਖ ਲਓ ਕਿ ਸਿਆਸਤ ਕਿਸ ਪੱਧਰ ਤੱਕ ਗਿਰ ਚੁੱਕੀ ਆ। ਹਾਲਾਂਕਿ ਇਹ ਹੁਣ ਸਮਝ ਨਹੀਂ ਆ ਰਹੀ ਕਿ ਪੁਲਿਸ ਆਪਣੇ ਪੱਧਰ ਤੇ ਸਾਰਾ ਕੁਝ ਕਰ ਰਹੀ ਸੀਗੀ ਤੇ ਜਾਂ ਫਿਰ ਉੱਤੋਂ ਕੋਈ ਹਦਾਇਤਾਂ ਨੇ। ਆਪਣੇ ਆਪ ਦੇ ਵਿੱਚ ਇਹ ਸੋਚਣ ਵਿਚਾਰਨ ਦਾ ਵਿਸ਼ਾ ਹੈ। ਦੂਜੀ ਗੱਲ ਜਿਹੜੀ ਆ ਕਿ ਦੇਖੋ ਉੱਧਰ ਇੱਕ ਬੜੀ ਵੱਡੀ ਗੱਲ ਆ ਕਿ ਚਾਂਦਪੁਰਾ ਬੰਨ ਜਿਹੜਾ ਸੀਗਾ ਉਹ ਤੋਂ ਪਾੜਾ ਪਿਆ, ਉਹ ਪੂਰਨ ਵਾਸਤੇ ਜਦੋਜਹਿਦ ਹੋ ਰਹੀ ਆ। ਲੋਕ ਆਪਣੇ ਪੱਧਰ ਤੇ ਉੱਥੇ ਜੁਟੇ ਹੋਏ ਆ, ਦਮੋ ਦਮੀ ਹੋਏ ਆ, ਸਾਹੋ ਸਾਈ ਹੋਏ ਆ ਤੇ ਵਾਹ ਉਦਾਈ ਲੱਗੇ ਆ। ਪਰ ਸਰਕਾਰ ਜਿਹੜੀ ਉੱਥੇ ਕੋਈ ਜ਼ਿਆਦਾ ਹੈਲਪ ਨਹੀਂ ਕਰ ਰਹੀ। ਹਾਂ, ਉਹਨਾਂ ਦੇ ਇੱਕ ਅੱਧੇ ਲੀਡਰ, ਖਾਸ ਤੌਰ ਤੇ MLA ਗੁਰਪ੍ਰੀਤ ਸਿੰਘ ਬੜਾਲੀ ਨੂੰ ਛੱਡ ਦਈਏ ਆਪਾਂ, ਉਸ ਇਲਾਕੇ ਦੇ ਵਿੱਚ ਉਹ ਕਾਫੀ ਵਧੀਆ ਵਿਚਰ ਰਹੇ ਨੇ। ਤਾਂ ਸਰਕਾਰੀ ਪੱਧਰ ਤੇ ਜੋ, ਕਿਉਂਕਿ ਬਹੁਤ ਵੱਡਾ ਪਾੜ ਹੈ, ਬਹੁਤ ਵੱਡਾ ਪਾੜ ਆ, ਤਾਂ ਉਸਨੂੰ ਪੂਰਨ ਵਾਸਤੇ ਜਿਹੜੀ ਇਜਾਜ਼ਤ ਦਿੱਤੀ ਗਈ ਹੈ ਹਰਿਆਣੇ ਵੱਲੋਂ, ਤਾਂ ਉਹਦੇ ਵਾਸਤੇ ਨਾ ਸਿਰਫ ਵਰਕ ਫੋਰਸ ਦੀ ਜ਼ਰੂਰਤ ਆ, ਮਸ਼ੀਨਰੀ ਦੀ ਜ਼ਰੂਰਤ ਆ। ਲੋਕ ਤੇ ਆਪਣੇ ਪੱਧਰ ਤੇ ਉੱਥੇ ਬਹੁਤ ਧੜੱਲੇ ਨਾਲ ਕੰਮ ਕਰ ਰਹੇ ਆ। ਪਰ ਮੈਨੂੰ ਕੁਲਰੀਆਂ ਪਿੰਡ ਚੋਂ ਫੋਨ ਆਇਆ ਸੀਗਾ ਚੇਚਾ, ਉਹ ਕਹਿੰਦੇ ਜੀ ਸਰਕਾਰ ਨਹੀਂ ਕੋਈ ਬਹੁਤਾ ਸਾਡਾ ਹੱਥ ਫੜ ਰਹੀ, ਜੇ ਸਰਕਾਰ ਹੈਲਪ ਕਰੇ ਤੇ ਕੰਮ ਅੱਧੀ ਛੇਤੀ ਨਿਬੜ ਜਾਏਗਾ। ਤਾਂ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ ਪਾਸੇ ਤੇ ਮਾਲਕਾਂ ਦਾ, ਮਸ਼ਹੂਰੀ ਕੰਪਨੀ ਦੀ ਉਹ ਸਾਰੀ ਗੇਮ ਹੈ, ਤੇ ਦੂਸਰੇ ਪਾਸੇ ਜਿੱਥੇ ਜ਼ਰੂਰਤ ਹੈ, ਜਿੱਥੇ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਆ, ਸਰਕਾਰੀ ਇਮਦਾਦ ਦੀ ਜਾਂ ਸਰਕਾਰੀ ਹੱਲਾਸ਼ੇਰੀ ਦੀ ਵੀ ਕਹਿ ਲਈਏ ਜ਼ਰੂਰਤ ਆ, ਤਾਂ ਉੱਥੇ ਚੀਜ਼ਾਂ ਜਿਹੜੀਆਂ ਮਨਫੀ ਨਜ਼ਰ ਆਉਂਦੀਆਂ ਨੇ, ਬਿਲਕੁਲ ਜਿੱਦਾਂ ਕਹਿ ਲਈਏ ਕਿ ਹੈ ਨਹੀਂ। ਤਾਂ ਇਸ ਪਾਸੇ ਥੋੜਾ ਧਿਆਨ ਦੇਣ ਦੀ ਜ਼ਰੂਰਤ ਆ। ਉਹ ਮੁੱਖ ਮੰਤਰੀ ਸਾਹਿਬ ਟਵੀਟ ਕਰ ਦਿੰਦੇ ਆ, ਮੇਰੀ ਨਜ਼ਰ ਬਣੀ ਹੋਈ ਆ, ਸਾਰਿਆਂ ਦਾ ਘਾਟਾ ਪੂਰਾ ਕਰਾਂਗੇ। ਬਈ ਉਹ ਨਜ਼ਰ ਜਿਹੜੀ ਹੈ ਤੁਹਾਡੀ
ਕਈ ਵਾਰ ਇਹ ਹੁੰਦਾ ਨਾ, ਪੀਣ ਕੀ ਲੱਗ ਜਾਂਦੀ ਹੈ ਬੰਦੇ ਦੀ, ਉਹ ਐਂ ਲੱਗਦਾ ਕਿ ਬੰਦਾ ਵਹਿੰਦਾ ਪਿਆ ਤੇ ਉਹਦੀ ਸੁਤਾ ਤੇ ਕਿਤੇ ਹੋਰ ਹੁੰਦੀ ਹੈ, ਤੇ ਕਿਤੇ ਇਸ ਤਰ੍ਹਾਂ ਦੀ ਨਜ਼ਰ ਤੇ ਨਹੀਂ ਗੜਾਈ ਬੈਠੇ। ਤੇ ਦੂਜੀ ਚੀਜ਼ ਇਹ ਆ ਕਿ ਬਈ ਘਾਟਾ ਜਿਹੜਾ ਉਹ ਕਦੇ ਹੀ ਤੁਸੀਂ ਪੂਰਾ ਕਰੋਗੇ ਨਾ ਜਦੋਂ ਇੱਕ ਵਾਰੀ ਵਿਪਤਾ ਚਲੇ ਜਾਏਗੀ। ਪਹਿਲਾਂ ਵਿਪਤਾ ਨਾਲ ਤੇ ਨਜਿੱਠ ਲਵੋ, ਫੇਰ ਹੀ ਸਰਵੇ ਵਗੈਰਾ, ਫੇਰ ਹੀ ਸਾਰਾ ਕੁਝ ਗਰਦੌਰੀਆਂ ਹੋਣਗੀਆਂ, ਤਦੇ ਹੀ ਨੁਕਸਾਨ ਦਾ ਐਗਜ਼ੈਕਟ ਆਪਾਂ ਨੂੰ ਪਤਾ ਲੱਗੇਗਾ, ਫੇਰ ਹੀ ਉਹਦੀ ਭਰਪਾਈ ਕਰਨੀ ਹੈ ਜੀ। ਤੇ ਤੀਜੀ ਗੱਲ ਹੈ ਕਿ ਮੌਨਸੂਨ ਹਾਲੇ ਘੱਟੋ ਘੱਟ ਪੌਣੇ 2 ਤੋਂ 2 ਮਹੀਨਿਆਂ ਦਾ ਪਿਆ ਜੀ। ਇਹ ਸਾਬ ਲੋਕ ਨੂੰ ਸਮਝ ਲੈਣਾ ਚਾਹੀਦਾ ਕਿ ਜੇ ਇੱਕ ਵਾਰੀ ਮੰਨ ਲਓ, ਫਰਜ਼ ਕਰੋ ਸਾਰਾ ਕੁਝ ਠੀਕ ਵੀ ਹੋ ਜਾਂਦਾ, ਲੋਕ ਮਿਹਨਤ ਨਾਲ ਆਪਣੇ ਪੱਧਰ ਤੇ ਸਾਰਾ ਕੁਝ ਠੀਕ ਵੀ ਕਰ ਲੈਂਦੇ ਆ, ਫੇਰ ਦੁਬਾਰਾ ਝੋਨਾ ਲਾ ਲਿਆ ਜਾਂਦਾ। ਜੇ ਉਹਨਾਂ ਇਲਾਕਿਆਂ 'ਚ ਜਿੱਥੇ ਪਹਿਲਾਂ ਮਾਰ ਪਈ ਆ ਫੇਰ ਦੁਬਾਰਾ ਪਾਣੀ ਚੜ੍ਹ ਆਉਂਦਾ ਤੇ ਉਹ ਸਥਿਤੀ ਵੀ ਤੁਸੀਂ ਨਜਿੱਠਣ ਵਾਸਤੇ ਤਿਆਰੀਆਂ ਰੱਖੋ। ਪਰ ਨਹੀਂ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਸਰਕਾਰ ਜਾਂ ਸਿਆਸਤ ਜਿਹੜੀ ਹੈ ਉਹ ਜ਼ਿਆਦਾਤਰ ਤੁਹਾਨੂੰ ਪਤਾ ਹੈ ਕਿ ਚਮਕ ਦਮਕ ਵੱਲ ਹੀ ਧਿਆਨ ਦਿੰਦੀ ਆ, ਇਹਨਾਂ ਤਿਆਰੀਆਂ ਵੱਲ ਹਮੇਸ਼ਾ ਤੋਂ ਧਿਆਨ ਘੱਟ ਹੀ ਦਿੱਤਾ ਜਾਂਦਾ ਜੀ। ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇੱਕ ਪਾਸੇ ਪੰਥਕ ਸਰਕਾਰ ਦੀ ਤੇ ਦੂਜੇ ਪਾਸੇ ਪੰਜਾਬ ਸਰਕਾਰ ਦੀ। ਸੀਐਮ ਮਾਨ ਤੇ ਐਸਜੀਪੀਸੀ ਇੱਕ ਵਾਰ ਫਿਰ ਤੋਂ ਆਮੋ ਸਾਹਮਣੇ ਨੇ ਜੀ। ਹਾਂਜੀ, ਦੇਖੋ ਹੋਇਆ ਕੀ ਸੀਗਾ ਕਿ ਐਸਜੀਪੀਸੀ ਨੇ ਦੁਬਾਰਾ ਕਹਿ ਦਿੱਤਾ ਕਿ ਭਾਈ ਜਦ ਤੱਕ ਸਾਡਾ ਕੋਈ ਸੈਟੇਲਾਈਟ ਚੈਨਲ ਸੈਟਅਪ ਉਹਦਾ ਨਹੀਂ ਹੁੰਦਾ ਤਦ ਤੱਕ ਜਿਵੇਂ ਚੈਨਲ ਟੈਲੀਕਾਸਟ ਕਰ ਰਿਹਾ, ਟੈਲੀਕਾਸਟ ਕਰਨ ਵਾਲਾ ਚੈਨਲ ਤੁਹਾਨੂੰ ਪਤਾ ਹੀ ਹੈ ਪੀਟੀਸੀ ਹੈ, ਤੇ ਉਹ ਉਦਾਂ ਹੀ ਜਿਉਂਦਾ ਤਿਉਂ ਪ੍ਰਸਾਰਣ ਜਾਰੀ ਰੱਖੇਗਾ। ਤੇ ਦੂਸਰੇ ਪਾਸੇ ਜਿਵੇਂ ਹੀ ਇਹ ਐਲਾਨ ਹੋਇਆ ਤਾਂ ਤਿਵੇਂ ਹੀ ਨਾਲ ਦੀ ਨਾਲ ਤੁਸੀਂ ਦੇਖੋਗੇ ਤਾਂ ਮੁੱਖ ਮੰਤਰੀ ਸਾਹਿਬ ਨੇ ਤੰਜ਼ ਕੱਸ ਦਿੱਤੇ। ਉਹਨਾਂ ਨੇ ਕਿਹਾ ਕਿ ਐਸਜੀਪੀਸੀ ਨੂੰ 24 ਜੁਲਾਈ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਬਾਰੇ ਸਪਸ਼ਟ ਕਰਨਾ ਚਾਹੀਦਾ, ਸਾਰੇ ਚੈਨਲਾਂ ਨੂੰ ਮੁਫਤ ਚ ਅਤੇ ਫ੍ਰੀ ਟੂ ਏਅਰ ਪ੍ਰਸਾਰਣ ਕਰਨ ਦੇਣਾ ਚਾਹੀਦਾ ਜੀ। ਜੇਕਰ ਸਰਕਾਰ ਨੂੰ ਸੇਵਾ ਦਾ ਮੌਕਾ ਮਿਲਦਾ ਤੇ ਅਸੀਂ 24 ਘੰਟੇ ਸਾਰੇ ਪ੍ਰਬੰਧ ਕਰ ਦੇਵਾਂਗੇ। ਮਤਲਬ ਕਿ ਇਹ ਸੈਟੇਲਾਈਟ ਚੈਨਲ ਵੀ 24 ਘੰਟੇ ਚ ਚਲਾ ਦੇਣਗੇ, ਹਿਸਾਬ ਲਾ ਲਓ। ਮਤਲਬ ਕਿ ਚੈਨਲ ਇਹਨਾਂ ਨੇ ਤਿਆਰ ਹੀ ਕਰ ਰੱਖਿਆ, ਸ਼ਾਇਦ ਬਸ ਐ ਬਟਨ ਹੀ ਨੱਪਣਾ। ਕਮਾਲ ਦੀ ਗੱਲ ਹੈ ਵੈਸੇ। ਖੈਰ, ਜੇ ਇੰਨੀ ਤਿਆਰੀ ਚੈਨਲ ਦੀ ਹੋ ਸਕਦੀ ਆ ਤੇ ਫਿਰ ਕੈਨਾਲ ਦੀ ਕਿਉਂ ਨਹੀਂ ਹੋ ਸਕਦੀ? ਨਹਿਰਾਂ ਤੇ ਰੁੜੀਆਂ ਫਿਰਦੀਆਂ, ਡਰੇਨ ਸਾਫ਼ ਨਹੀਂ ਕਰਦੇ, ਨਾਲੇ ਸਾਫ਼ ਨਹੀਂ ਕਰਦੇ, ਨਹਿਰਾਂ ਨਾਲੇ, ਇਹਨਾਂ ਨੂੰ ਤੁਸੀਂ ਕਿਉਂ ਨਹੀਂ ਬਈ ਵੇਲੇ ਸਿਰ ਤਿਆਰ ਕਰਦੇ ਤਾਂ ਕਿ ਨਿਕਾਸੀ ਦੀ ਸਮੱਸਿਆ ਨਾ ਆਵੇ। ਤਾਂ ਖੈਰ ਇਹ ਮਾਮਲਾ ਜਿਹੜਾ ਇੱਕ ਵਾਰੀ ਫੇਰ ਕਹਿ ਲਓ ਕਿ ਦੋਹਾਂ ਧਿਰਾਂ ਦੇ ਵਿੱਚ ਕਸ਼ਮਕਸ਼ ਦਾ ਵਿਸ਼ਾ ਬਣ ਗਿਆ ਹੈ। ਆਮ ਆਦਮੀ ਪਾਰਟੀ ਐਸਜੀਪੀਸੀ ਤੇ ਤਿੱਖੇ ਨਿਸ਼ਾਨੇ ਕੱਸ ਰਹੀ ਹੈ, ਦੂਜੇ ਪਾਸੇ ਐਸਜੀਪੀਸੀ ਜਿਹੜੀ ਹੈ ਉਹ ਆਪਣੇ ਪੱਧਰ ਤੇ ਡਿਫੈਂਡ ਕਰਦੀ ਹੈ। ਹੁਣ ਇਹ ਮਾਮਲਾ ਇੱਕ ਵਾਰੀ ਫਿਰ ਉਸੇ ਤਰ੍ਹਾਂ ਦਾ ਹੀ ਬਣ ਗਿਆ ਜਿਸ ਤਰ੍ਹਾਂ ਦਾ ਅੱਗੇ ਸੀਗਾ। ਪਰ ਜੇ ਆਪਾਂ ਵੇਖੀਏ ਤੇ ਇਹ ਵੀ ਹੈਰਾਨੀਜਨਕ ਹੈ ਕਿ ਪਹਿਲਾਂ ਐਸਜੀਪੀਸੀ ਕਹਿੰਦੀ ਰਹੀ ਕਿ ਅਸੀਂ ਜੀ ਆਪਣਾ YouTube ਚੈਨਲ ਬਣਾ ਲੈਣਾ ਹੈ, ਇਹ ਵੀ ਨਿਕਲ ਕੇ ਆਇਆ ਕਿ ਇਹਨਾਂ ਨੇ ਕੰਪਨੀ ਵੀ ਹਾਇਰ ਕਰ ਲਈ ਆ, ਉਹਨੂੰ 12 ਲੱਖ ਰੁਪਈਆ ਪਲੱਸ GST ਉਹ ਵੀ ਦੇਣਾ ਹੈ, ਜਿਹੜਾ ਕੁੱਲ 14 ਲੱਖ ਬਣੇਗਾ ਮਹੀਨੇ ਦਾ। ਫਿਰ ਬਾਅਦ ਦੇ ਵਿੱਚ ਅਚਾਨਕ ਹੁਣ ਉਹ ਕਹਿੰਦੇ ਕਿ ਨਹੀਂ ਜੀ ਹਾਲੇ, ਕਿਉਂਕਿ ਬਈ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਪੂਰੀਆਂ ਨਹੀਂ ਹੈਗੀਆਂ, ਸੋ ਲਿਹਾਜ਼ਾ ਉਦੋਂ ਤੀਕ ਸੈਟੇਲਾਈਟ ਚੈਨਲ ਜਦੋਂ ਤੱਕ ਲਾਂਚ ਨਹੀਂ ਹੁੰਦਾ ਤੇ ਉਦੋਂ ਤੀਕ ਐਸਜੀਪੀਸੀ ਇਹ ਜਿਹੜੇ ਰਾਈਟਸ ਜਿਵੇਂ ਅੱਗੇ ਚੈਨਲ ਕੋਲ ਹੈਗੀ ਆ ਵੀ ਤਿਵੇਂ ਦੇ ਤਿਵੇਂ ਚੱਲਦਾ ਹੀ ਰੱਖੇਗਾ। ਤਾਂ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਬੜਾ ਅਜੀਬ ਜਿਹਾ ਮਾਮਲਾ ਹੋ ਗਿਆ ਹੈ। ਤਾਂ ਜਿਸ ਤਰ੍ਹਾਂ ਭਗਵੰਤ ਮਾਨ ਹੈ ਉਹ ਵੀ ਨਿਸ਼ਾਨੇ ਕੱਸ ਰਿਹਾ, ਉਹ ਤੋਂ ਵੈਸੇ ਲੱਗਦਾ ਇਹ ਹੈ ਕਿ ਮੈਨੂੰ ਜੋ ਜਾਪਦਾ ਕਿ ਜਿਸ ਤਰ੍ਹਾਂ ਹੁਣ ਪ੍ਰਸਾਰਣ ਦਾ ਮੁੱਦਾ, ਵੈਸੇ ਤਾਂ ਇਹ ਜੇ ਦੇਖੋਗੇ ਤਾਂ ਸਿੱਖ ਜਗਤ ਦੇ ਵਿੱਚ ਤਾਂ 12-13 ਤੋਂ ਉੱਠਿਆ ਹੋਇਆ ਮੁੱਦਾ ਹੈ। ਹਾਂਜੀ, ਠੀਕ ਹੈ ਨਾ ਜੀ, 10 ਸਾਲ ਤੋਂ ਇਹ ਮੁੱਦਾ ਉੱਭਰਦਾ ਆਇਆ। ਹੁਣ ਗੱਲ ਇਹ ਆ ਕਿ ਜਿਸ ਤਰੀਕੇ ਨਾਲ ਹਰੇਕ ਗੱਲ ਤੇ ਮਿਹਣੋ ਮਿਹਣੀ ਹੋਣਾ ਉਹ ਸਾਫ਼ ਇੱਕ ਸੰਕੇਤ ਦਿੰਦਾ ਹੈ ਕਿ ਉਤਲੇ ਪੱਧਰ ਤੇ ਕੇਜਰੀਵਾਲ ਕਾਂਗਰਸ ਨੂੰ ਜਿਵੇਂ ਲੱਕੋਂ ਲੈ ਰਹੇ ਆ ਨਾ, ਹੌਲੀ ਹੌਲੀ ਉਹਦੀ ਜਾੜੀ ਖੋਤੀ ਜਾ ਰਹੇ ਆ, ਤਾਂ ਹੇਠਲੇ ਪੱਧਰ ਤੇ ਤੁਸੀਂ ਦੇਖ ਲਓ ਕੇਜਰੀਵਾਲ ਵਾਲਾ ਮਾਮਲਾ ਜਿਹੜਾ ਹੈ ਦਾ ਕਿੰਨਾ ਪੁੱਠਾ ਪਿਆ ਹੈ ਇਹਨਾਂ ਨੂੰ, ਕਾਂਗਰਸ ਨੂੰ। ਤਾਂ ਪੰਜਾਬ ਦੀ ਇਕਾਈ ਦੇ ਵਿੱਚ ਇਸ ਵੇਲੇ ਟੁੱਟ ਭੱਜ ਦੀ ਸੰਭਾਵਨਾ ਹੈ, ਜਿਹਦਾ ਇਮਕਾਨ ਅਸੀਂ ਪਹਿਲਾਂ ਜ਼ਾਹਰ ਕੀਤਾ ਸੀਗਾ, ਖਦਸ਼ਾ ਜ਼ਾਹਰ ਕੀਤਾ ਸੀ। ਤਾਂ ਹੁਣ ਕਹਿਣ ਦਾ ਭਾਵ ਇਹ ਹੈ ਕਿ ਇੱਕ ਪਾਸੇ ਕਾਂਗਰਸ
ਦੂਸਰੇ ਪਾਸੇ ਅਕਾਲੀ ਦਲ। ਮਤਲਬ ਕਿ ਮਾਨ ਸਾਹਿਬ, ਜਿਸ ਤਰੀਕੇ ਨਾਲ ਮੈਂ ਦੇਖਦਾ ਕਿ ਮਾਨ ਸਾਹਿਬ ਪੰਥਕ ਮੁੱਦਿਆਂ 'ਚ ਵੀ ਪੂਰੀ ਤਰ੍ਹਾਂ, ਖਾਸ ਤੌਰ ਤੇ ਐਸਜੀਪੀਸੀ ਦੇ ਮੁੱਦਿਆਂ ਤੇ ਪੂਰੀ ਤਰ੍ਹਾਂ ਦਖਲ ਦੇ ਕੇ, ਜਾਂ ਕਹ ਲੋ ਕਿ ਇਹ ਪੂਰੀ ਤਾਂਗ ਲਾ ਕੇ ਇਹ ਚਾਹੁੰਦੇ ਆ ਕਿ ਸਪੇਸ ਨਾ ਬਣ ਦਿੱਤਾ ਜਾਵੇ, ਲੋਕਾਂ ਕੋਲ ਆਪਸ਼ਨ ਨਾ ਪੈਦਾ ਹੋਵੇ। ਉਹਨਾਂ ਦੀ ਜੋ ਦਿੱਖ ਹੈ ਦੋਨਾਂ ਰਵਾਇਤੀ ਪਾਰਟੀਆਂ ਦੀ, ਉਹ ਦਿੱਖ ਜਿਹੜੀ ਆ ਉਹ ਵਿਗਾੜ ਕੇ ਹੀ ਰੱਖੀ ਜਾਵੇ, ਉਹ ਦਿੱਖ ਕਿਤੇ ਦੁਬਾਰਾ ਨਿਖਰਨੀ ਨਾ ਸ਼ੁਰੂ ਹੋ ਜਾਵੇ। ਮੈਨੂੰ ਤੇ ਇਉਂ ਲੱਗਦਾ ਕਿ ਜਿਸ ਤਰੀਕੇ ਨਾਲ ਐਸਜੀਪੀਸੀ ਨੂੰ ਘੇਰਦੇ ਆ, ਕਾਂਗਰਸ ਨੂੰ ਉਹ ਕਰਪਸ਼ਨ ਦੇ ਮੁੱਦੇ ਤੇ ਘੇਰਦੇ ਆ, ਤੇ ਅਕਾਲੀ ਦਲ ਫਿਰ ਜਿਹੜਾ ਤੁਹਾਨੂੰ ਪਤਾ ਉਹ ਐਸਜੀਪੀਸੀ ਦੇ ਜ਼ਰੀਏ ਪੰਥਕ ਮੁੱਦਿਆਂ ਤੇ। ਤਾਂ ਇਹ ਕਮਾਲ ਦੀ ਰਣਨੀਤੀ ਆ। ਮੈਂ ਇਸ ਨੂੰ ਸਿਆਸੀ ਲਿਹਾਜ਼ ਤੇ ਦੇਖਾਂ ਤਾਂ ਬੜੀ ਡੂੰਘੀ ਰਣਨੀਤੀ ਹੈ ਇਹਨਾਂ ਦੀ। ਜੀ, ਸਮਝੌਤੇ ਦੇ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਵਿੱਚ ਇੱਕ ਵਾਰ ਫਿਰ ਤੋਂ ਜ਼ਬਰਦਸਤ ਮਤਭੇਦ ਹੈ ਜੀ। ਹਾਂਜੀ, ਉਹ ਆਪਾਂ ਗੱਲ ਕਰ ਹੀ ਰਹੇ ਹਾਂ ਨਾ ਕਿ ਵੇਖੋ ਟੁੱਟ ਭੱਜ ਦੀ ਸੰਭਾਵਨਾ ਜਿਹੜੀ ਆ ਉਹ ਬਣਦੀ ਨਜ਼ਰ ਆ ਰਹੀ ਹੈ। ਦਰਅਸਲ ਕੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਬੀਤੀ ਦਿਨੀ ਇੱਕ ਬਿਆਨ ਦਿੱਤਾ ਸੀਗਾ ਕਿ ਅਸੀਂ ਬਈ ਕੋਈ ਸਮਝੌਤਾ ਨਹੀਂ ਕਰਦੇ ਇਹਨਾਂ ਦੇ ਨਾਲ, ਅਸੀਂ ਤੇ ਇਹਨਾਂ ਦੀ ਸ਼ਕਲ ਵੇਖਣੀ ਪਸੰਦ ਨਹੀਂ ਕਰਦੇ। ਉਸ ਤੋਂ ਬਾਅਦ ਉਹਨਾਂ ਨੇ ਕਾਰ ਦੀ ਨੱਪੀ ਰੇਸ ਤੇ ਉਹ ਤੇ ਦਿੱਲੀ ਨੂੰ ਨਿਕਲ ਗਏ, ਤੇ ਪਿੱਛੇ ਦੱਸਦੇ ਆ ਕਿ ਇਧਰੋਂ ਰਾਜਾ ਵੜਿੰਗ ਜਿਹੜੇ ਆ ਉਹਨੇ ਵੀ ਕਾਰ ਪਿੱਛੇ ਲਾ ਦਿੱਤੀ ਹੈ, ਦੋਵੇਂ ਦਿੱਲੀ ਜਾ ਕੇ ਬਹਿ ਗਏ। ਹੁਣ ਜਦੋਂ ਦਿੱਲੀ 'ਚ ਜਾ ਕੇ ਬਹਿ ਜਾਂਦੇ ਕਾਂਗਰਸੀ, ਤੇ ਕਾਂਗਰਸ ਪੰਜਾਬ ਦੇ ਇਕਾਈ ਜਿਹੜੀ ਹੈ ਉਹਨੂੰ ਤੇ ਉਹ ਤਾਪ ਚੜ ਜਾਂਦਾ ਕਿ ਪਤਾ ਨਹੀਂ ਕੀ ਬਣੇਗਾ, ਕਿਉਂਕਿ ਇੱਥੇ ਸੁਰ ਵੀ ਵੈਸੇ ਜੇ ਵੇਖੋਗੇ ਤਾਂ ਵੱਖੋ ਵੱਖਰੇ ਆ। ਚੰਨੀ ਸਾਹਿਬ ਕਹਿੰਦੇ ਕਿ ਕਿਆ ਗੱਲ ਕਰਦੇ ਯਾਰ, ਵੀ ਦੇਸ਼ ਬਚਾਉਣ ਵਾਸਤੇ ਕੋਈ ਗੱਲ ਨਹੀਂ, ਅਸੀਂ ਇਹਨਾਂ ਦਾ ਧੱਕਾ ਵੀ ਸਹਿ ਲਾਂਗੇ, ਮਤਲਬ ਕਿ ਚੱਲਣ ਦਿਓ ਗੱਠਜੋੜ। ਸਿੱਧੂ ਸਾਹਿਬ ਵੀ ਕਹਿੰਦੇ ਕਿ ਚੱਲਣ ਦਿਓ ਕੰਮ। ਤਾਂ ਹੁਣ ਦੋ ਨੇਤਾ ਇੱਕ ਪਾਸੇ, ਦੋ ਵੱਡੇ ਨੇਤਾ ਇੱਕ ਪਾਸੇ, ਰਾਏ ਵੰਡਵੀਂ, ਬਾਕੀ ਖਾਮੋਸ਼ ਨੇ, ਥੋੜੇ ਅੱਧੇ ਵਿੱਚੋਂ ਨਾਮੋਸ਼ ਵੀ ਨੇ। ਤਾਂ ਹੁਣ ਇਹ ਆ ਕਿ ਬਈ ਇਹ ਸਾਰਾ ਕੁਝ ਕਿਵੇਂ ਨਿਬੜਦਾ, ਮੈਨੂੰ ਸਮਝ ਨਹੀਂ ਆਉਂਦੀ ਵੀ ਕੀ ਇਹਨਾਂ ਦਾ ਭਵਿੱਖ ਹੋਏਗਾ। ਪਰ ਇਹ ਚਲੇ ਤਾਂ ਗਏ, ਹਾਲੇ ਤੱਕ ਕੋਈ ਸਪਸ਼ਟੀਕਰਨ ਇਹਨਾਂ ਨੇ ਨਹੀਂ ਦੁਬਾਰਾ ਦਿੱਤਾ ਕਿ ਕੀ ਹਾਈ ਕਮਾਂਡ ਬਣ ਗਈ ਆ ਜਾਂ ਨਹੀਂ ਹੈ। ਪਰ ਇਹ ਸਾਫ਼ ਹੈ, ਸਪਸ਼ਟ ਹੈ ਕਿ ਜ਼ਬਰਦਸਤ ਮਤਭੇਦ ਨਜ਼ਰ ਆ ਰਹੇ ਆ। ਜਿਹੜੇ ਬਾਜਵਾ ਸਾਹਿਬ ਉਹ ਤਾਂ ਇੱਥੋਂ ਤੱਕ ਕਹਿ ਚੁੱਕੇ ਆ ਤੇ ਕਹਿੰਦੇ ਆ ਕਿ ਨਾ ਤਾਂ ਸਾਡੀ ਲੀਡਰਸ਼ਿਪ ਪ੍ਰਵਾਨ ਕਰੇਗੀ ਤੇ ਨਾ ਹੀ ਸਾਡਾ ਕੈਡਰ ਇਸ ਗੱਲ ਨੂੰ ਪ੍ਰਵਾਨ ਕਰ ਰਿਹਾ, ਹਜ਼ਮ ਹੀ ਨਹੀਂ ਕਰ ਰਿਹਾ। ਤਾਂ ਤੁਸੀਂ ਦੇਖੋ ਕਿ ਇੱਕ ਪਾਸੇ ਇਹ ਕਹਿ ਦੇਣਾ ਕਿ ਸਾਡਾ ਕੈਡਰ ਜਾਂ ਬਈ ਸਾਡੀ ਲੀਡਰਸ਼ਿਪ ਪ੍ਰਵਾਨ ਨਹੀਂ ਕਰਦੀ, ਤੇ ਦੂਸਰੇ ਪਾਸੇ ਸਿੱਧੂ ਚੰਨੀ ਵਰਗੇ ਜਿਹੜੇ ਲੀਡਰ ਆ ਉਹਨਾਂ ਕੁਝ ਹੋਰ ਸੁਰ ਅਖਤਿਆਰ ਕਰ ਲੈਣੇ। ਤੁਸੀਂ ਸੱਚਮੁੱਚ ਇਹਨੂੰ ਬਹੁਤ ਆਸਾਨੀ ਦੇ ਨਾਲ ਸਮਝ ਸਕਦੇ ਹੋ ਕਿ ਇਸ ਵੇਲੇ ਪੰਜਾਬ ਦੀ ਪ੍ਰਦੇਸ਼ ਇਕਾਈ ਦੇ ਵਿੱਚ ਕਿਸ ਤਰ੍ਹਾਂ ਦੀ ਹਾਲਤ ਹੈ। ਤਾਂ ਕੋਈ ਵੱਡੀ ਗੱਲ ਨਹੀਂ ਹੈ ਕਿ ਇਹ ਨਾਰਾਜ਼ਗੀ ਜਿਹੜੀ ਹੈ ਉਹ ਕਿਸੇ ਕਿਸਮ ਦਾ ਰਿਵੋਲਟ ਵੀ ਬਣ ਜਾਵੇ। ਅੱਗੇ ਵੀ ਇਸ ਤਰ੍ਹਾਂ ਹੋਇਆ, ਬਹੁਤ ਵਾਰੀ ਹੋਇਆ। ਆਪਾਂ ਅਮਰਿੰਦਰ ਸਿੰਘ ਦੇ ਮਾਮਲੇ 'ਚ ਵੀ ਦੇਖਿਆ ਨਾ ਕਿ ਪਹਿਲਾਂ ਕੰਮ ਦਬਿਆ ਆਇਆ, ਜਦੋਂ ਨਿਕਲਿਆ ਤਾਂ ਫਿਰ ਇੱਕਦਮ ਭਾਂਬੜ ਹੀ ਨਿਕਲਿਆ, ਭੰਬੂਕਾ ਹੀ ਬਣ ਗਿਆ ਕੰਮ। ਇਹ ਵੀ ਹੁੰਦਾ ਕਈ ਵਾਰ। ਤਾਂ ਬਾਕੀ ਦੇਖੋ, ਕਿਉਂਕਿ ਇੱਥੇ ਇੱਕ ਚੀਜ਼ ਹੋਰ ਵੀ ਮੈਂ ਜ਼ਰੂਰ ਤੁਹਾਡੀ ਦ੍ਰਿਸ਼ਟੀ ਗੋਚਰ ਕਰਨਾ ਚਾਹਾਂਗਾ ਕਿ ਸੀਟ ਸ਼ੇਅਰਿੰਗ ਨੂੰ ਲੈ ਕੇ ਵੀ ਤਾਂ ਇਨਸਿਕਿਉਰਿਟੀ ਹੁੰਦੀ ਹੈ ਨਾ ਲੀਡਰਾਂ 'ਚ। ਹਾਂ ਬਿਲਕੁਲ, ਕਿਉਂ ਨਹੀਂ, ਕਿ ਕੱਲ ਨੂੰ ਗੱਠਜੋੜ ਹੋ ਗਿਆ ਤਾਂ ਜਿਹੜੇ ਸੰਭਾਵੀ ਉਮੀਦਵਾਰ ਹੁੰਦੇ ਆ ਉਹਨਾਂ ਨੂੰ ਚਿਤਵਨੀ ਲੱਗ ਜਾਂਦੀ ਹੈ ਕਿ ਭਾਈ ਮੇਰਾ ਪੱਤਾ ਨਾ ਕੱਟਿਆ ਜਾਵੇ, ਕਿਤੇ ਉਹ ਇੱਧਰ ਨਾ ਚਲੇ ਜਾਣ। ਖੈਰ ਇਹ ਸਾਰਾ ਕੁਛ ਹੈ ਜਿਹੜਾ ਇਹ ਭਾਈ ਸਮਝ ਤੋਂ ਬਾਹਰ ਹੈ ਕਿ ਮੈਨੂੰ ਤਾਂ ਨਹੀਂ ਲੱਗਦਾ ਕਿ ਇਹਨਾਂ ਦਾ ਸਭ ਕੁਝ ਅੱਛਾ ਚੱਲ ਰਿਹਾ। ਥੋੜਾ ਕਿਤੇ ਨਾ ਕਿਤੇ ਗੜਬੜੀ ਦਾ ਸੰਕੇਤ ਹੈ ਇਹਦੇ 'ਚ, ਚਾਹੇ ਉਹ ਸੀਟ ਸ਼ੇਅਰਿੰਗ ਨੂੰ ਲੈ ਕੇ ਇਨਸਿਕਿਉਰਿਟੀ ਹੋਵੇ, ਚਾਹੇ ਜੋ ਇੱਥੇ ਆਮ ਆਦਮੀ ਪਾਰਟੀ ਕਰ ਰਹੀ ਹੈ ਉਹ ਹੋਵੇ। ਇਹਨਾਂ 'ਚ ਸਭ ਅੱਛਾ ਤੇ ਹੈ ਨਹੀਂ ਘੱਟੋ ਘੱਟ। ਪਰ ਹੁਣ ਇੱਕ ਗੱਲ ਆ ਕਿ ਉਹ ਸੁਰ ਬਦਲ ਗਏ ਹੋਣੇ ਆ। ਜਿਹੜੇ ਕਹਿੰਦੇ ਸਨ ਪ੍ਰਤਾਪ ਸਿੰਘ ਭਾਜਪਾ, ਤੇ ਹੁਣ ਕਹਿੰਦੇ ਆ ਪ੍ਰਤਾਪ ਸਿੰਘ ਆਪਦਾ। ਜੀ ਬਿਲਕੁਲ। ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇੰਦਰਜੀਤ ਨਿੱਕੂ ਦੀ। ਇੰਦਰਜੀਤ ਨਿੱਕੂ ਨੇ ਉਹ ਇੱਕ ਕਾਫੀ ਚਰਚਿਤ ਪਖੰਡੀ ਹੈ, ਉਹਦੇ ਜਾ ਕੇ ਜਿੱਥੇ ਉਹ ਆਪਦੀ ਲਾਉਂਦਾ ਦਰਬਾਰ ਜਿਹਨੂੰ ਕਹਿੰਦੇ ਆ, ਤੇ ਉੱਥੇ ਜਾ ਕੇ ਇੱਕ ਵੀਡੀਓ ਜਿਹੜੀ ਵਾਇਰਲ ਹੋਈ ਸੀਗੀ, ਉਹਦੇ ਵਿੱਚ ਸਿੱਖ ਪੰਥ ਦੇ ਬਾਰੇ ਵੀ ਉਹਦੇ ਕਈ ਬੋਲ ਜਿਹੜੇ ਆ ਉਹ ਕਈਆਂ ਨੂੰ ਲੋਕਾਂ ਨੂੰ ਨਹੀਂ ਲੱਗਿਆ ਕਿ ਇਹ ਸਹੀ ਨੇ। ਤਾਂ ਹੁਣ ਨਿੱਕੂ ਨੇ ਗੀਤ ਦੇ ਨਾਲ ਇਸ ਗੱਲ ਦਾ ਜਵਾਬ ਦਿੱਤਾ।
नहीं देखो वो गल है ही नहीं सी सही। वो बंदे ਨੂੰ ਇਤਿਹਾਸ ਦਾ ਕੋਈ ਗਿਆਨ ਨਹੀਂ। ਤੁਹਾਨੂੰ ਪਤਾ ਉਸਨੇ ਔਰਤਾਂ ਦੀ ਵੀ ਬੜੀ ਅਪਮਾਨਜਨਕ ਤਰੀਕੇ ਨਾਲ ਬੇਇੱਜ਼ਤੀ ਕੀਤੀ ਹੈ। ਜੀ 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 ਬਿਲਕੁਲ। ਨਰਿੰਦਰ ਸ਼ਾਸਤਰੀ ਨੇ ਉਹਦੇ ਤੇ ਗੰਦ ਨਾਲ ਭਰ ਕੇ ਸਿਰ 'ਚ ਜੁੱਤੀਆਂ ਮਾਰਨੀਆਂ ਚਾਹੀਦੀਆਂ ਜਿਸ ਤਰ੍ਹਾਂ ਉਹਨੇ ਔਰਤਾਂ ਦਾ ਮਜ਼ਾਕ ਉਡਾਇਆ। ਉਹਨੇ ਔਰਤਾਂ ਬਾਰੇ ਆ ਗੱਲ ਕਹੀ ਆ, ਮੈਂ ਤੁਹਾਨੂੰ ਦੱਸ ਦਿੰਦਾ ਤਾਂ ਕਿ ਪਤਾ ਲੱਗ ਜਾਏ ਜਿਸਨੇ ਨਹੀਂ ਸੁਣਿਆ। ਉਹ ਕਹਿੰਦਾ ਮਾਨ 'ਚ ਸੰਦੂਰ ਤੇ ਬਿੰਦੀ ਹੈ, ਬਿੰਦੀ ਜੀ ਇਹ ਸੁਹਾਗਣ ਦੀ ਨਿਸ਼ਾਨੀ ਪਤਾ ਲੱਗ ਜਾਂਦਾ, ਨਹੀਂ ਤਾਂ ਉਹ ਸਮਝਿਆ ਜਾਂਦਾ ਪਲਾਟ ਖਾਲੀ ਹੈ। ਅੱਛਾ, ਪਲਾਟ ਖਾਲੀ ਦਾ ਮਤਲਬ ਕੀ ਹੁੰਦਾ ਹੈ? ਜੀ 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 ਸਮਝਦੇ ਨਾ, ਬਹੁਤ ਵੱਡੀ ਗੱਲ ਹੈ। ਘਟੀਆ ਪੱਧਰ ਦੀ ਇਹ ਤਾਂ ਫੌੜ ਕਮੇਟੀ, ਜਿਵੇਂ ਆ ਫਿਲਮਾਂ ਨਹੀਂ ਆਈ ਜਾਂਦੀਆਂ ਨੇ ਨਾ ਫੌੜ ਕਮੇਟੀ ਵਾਲੀਆਂ, ਇਹ ਉਹਨਾਂ ਨੂੰ ਵੀ ਗਈ ਗੁਜ਼ਰੀ ਟਿੱਪਣੀ ਹੈ। ਬਿਲਕੁਲ ਸਹੀ। ਇੱਕ ਔਰਤ ਦੀ ਕੁੱਖ ਚੋਂ ਜੰਮ ਕੇ ਤੇ ਉਹਨੂੰ ਲੀਕ ਲਾਉਣ ਵਾਲੀ ਗੱਲ ਹੈ ਨਾ ਇਹ। ਤੇ ਜਿਹੜੇ ਇਹਦੇ ਪੈਰਾਂ 'ਚ ਬਹਿੰਦੇ ਆ ਤੇ ਇਹ ਚਿੱਚ ਕਰਕੇ ਉੱਤੇ ਹੱਸਦੇ ਸੀ, ਮੈਂ ਕਹਿੰਦਾ ਆਪਣੇ ਗੱਲ ਤੇ 100 ਚਪੇੜਾ ਮਾਰਨ, ਆਪਣੀ ਕੁੱਖ ਨੂੰ ਲਾਜ ਲਾ ਰਹੇ ਆ। ਇਹ ਇਹੋ ਜਿਹਾ ਬੰਦਾ ਹੈ ਤੇ ਇਹ ਪਹਿਲੀ ਵਾਰੀ ਨਹੀਂ ਹੋਇਆ। ਇਹਦੀਆਂ ਕਈ ਗੱਲਾਂ ਮੈਂ ਤੁਹਾਨੂੰ ਦੱਸ ਸਕਦਾ ਜੀ। ਲੁੱਚਾ ਆਦਮੀ ਹੈ। ਅੱਛਾ ਚਲੋ, ਹੁਣ ਦੂਜੀ ਗੱਲ ਇਹ ਆ ਕਿ ਜਿਹੜੇ ਇੱਥੇ ਜਾਣ ਵਾਲੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਨਿੱਕੂ ਉਹਨਾਂ ਚੋਂ ਇੱਕ ਆ। ਪਹਿਲੀ ਵਾਰੀ ਗਿਆ, ਹੁਣ ਇਹਨੇ ਗੀਤ ਰਾਹੀਂ ਜਵਾਬ ਦਿੱਤਾ। ਹਰੇਕ ਬੰਦਾ ਉੱਠ ਕੇ ਤੇ ਹੁਣ ਮੂਸੇ ਵਾਲਾ ਬਣਦਾ, ਰਿਪਲਾਈ ਖੇਡਦਾ ਸੀਗਾ। ਹਾਂਜੀ, ਅੱਗੋਂ ਉਧਰੋਂ ਵੀ ਰਿਪਲਾਈ, ਉਧਰੋਂ ਵੀ ਰਿਪਲਾਈ। ਉਹ ਕੋਈ ਪੁਰਾਣੀ ਪਿਰਤ ਨਹੀਂ ਸੀ, ਨਵੀਂ ਪਿਰਤ ਸੀ। ਇਹ ਹੁਣ ਆਪਣੇ ਗੀਤ ਰਾਹੀਂ ਰਿਪਲਾਈ ਦੇ ਰਿਹਾ ਹੈ, ਇਹ ਹੈ ਜੀ, ਉਹ ਹੈ ਜੀ। ਮਤਲਬ ਕਿ ਅੱਛਾ ਕਮਾਲ ਦੀ ਗੱਲ ਵੇਖੋ, ਪਹਿਲੀ ਵਾਰੀ ਗਿਆ ਤਦ ਮਾਫੀ ਮੰਗ ਲਈ, ਦੂਜੀ ਵਾਰੀ ਹੁਣ ਕਹਿੰਦਾ ਜੀ ਉਹ ਜਾਣ ਤੋਂ ਬਾਅਦ ਮੈਨੂੰ ਸ਼ੋਅ ਮਿਲੇ, ਫਿਰ ਲੋਕਾਂ ਨੂੰ ਜੈਲਸ ਹੋ ਗਈ, ਕੁਛ ਨੇ ਮੇਰੇ ਸ਼ੋਅ ਕੈਂਸਲ ਕਰਵਾ ਦਿੱਤੇ, ਕੁਛ ਨੇ ਇਹ ਕੀਤਾ। ਯਾਰ ਕਮਾਲ ਹੋ ਗਈ ਆ। ਜੇ ਏਦਾਂ ਹੈ ਤੇ ਤੂੰ ਉੱਥੇ ਜਾ ਕੇ ਸਿੱਖ ਇਤਿਹਾਸ ਦਾ ਸਤਿਆਨਾਸ਼ ਕਰੇਗਾ। ਜੀ ਬਿਲਕੁਲ, ਗੁਰੂ ਇਤਿਹਾਸ ਦਾ ਤੂੰ ਸਤਿਆਨਾਸ਼ ਕਰੇਗਾ। ਕੈਸਾ ਸਿੱਖ ਹੈ ਤੂੰ? ਇੱਕ ਪਾਸੇ ਆਪਣੇ ਆਪ ਨੂੰ ਸਿੱਖ ਕਹਿੰਦਾ ਤੇ ਤੈਨੂੰ ਇਹ ਵੀ ਨਹੀਂ ਪਤਾ ਕਿ ਭਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੀ ਕੁਰਬਾਨੀ ਸੀ, ਕਿ ਸਿੱਖ ਜਿਹੜੇ ਆ ਉਹ ਸਨਾਤਨ ਦੀ ਆਰਮੀ ਹੈ ਜੀ। ਗੱਲ ਇਹ ਆ ਕਿ ਜਿਸਨੂੰ ਇੰਨੀ ਬੇਸਿਕ ਜਾਣਕਾਰੀ ਨਹੀਂ ਹੈਗੀ ਤੇ ਉਹੋ ਜਿਹਾ ਉਹ ਆ ਜਿਹਨੂੰ ਦੂਸਰੇ ਧਰਮ ਬਾਰੇ ਕੁਝ ਵੀ ਪਤਾ ਨਹੀਂ ਹੈ। ਤੋ ਇਹ ਆ ਕਿ ਹੁਣ ਅੱਛਾ ਫਿਰ ਇਸ ਮਾਮਲੇ 'ਚ ਇਹਨੇ ਮਾਫੀ ਮੰਗੀ ਹੈ ਗੁਰੂ ਘਰ 'ਚ ਜਾ ਕੇ ਜੀ। ਉਹ ਤੋਂ ਫਿਰ ਰਿਪਲਾਈ ਕਰ ਦਿੱਤਾ। ਹੁਣ ਰਿਪਲਾਈ ਕਿਹਨੂੰ ਕਰ ਰਿਹਾ ਜਦੋਂ ਮਾਫੀ ਮੰਗ ਲਈ? ਬਿਲਕੁਲ, ਰਿਪਲਾਈ ਕਰ ਦਿੱਤਾ। ਚਲੋ ਇਹ ਵੀ 7 ਵਚਨ ਨੇ, ਠੀਕ ਹੈ ਬਈ, ਰਿਪਲਾਈ ਕਰ ਦਿੱਤਾ ਨਿੱਕੂ ਸਾਹਿਬ ਨੇ ਤਾਂ ਕੋਈ ਗੱਲ ਨਹੀਂ ਹੈ, ਉਹਨਾਂ ਦੀ ਆਜ਼ਾਦੀ ਹੈ ਨਾ, ਇੱਥੇ ਤਾਂ ਆਪਾਂ ਆਜ਼ਾਦੀ ਦੇਵਾਂਗੇ ਕਲਮ ਨੂੰ। ਪਰ ਮਸਲਾ ਤਾਂ ਇਹ ਹੈ ਕਿ ਬਈ ਤੁਸੀਂ ਗਲਤੀ ਮੰਨਣ ਦੀ ਥਾਂ ਤੇ ਚਲੋ ਇੱਕ ਵਾਰੀ ਉਹ ਮੰਨ ਵੀ ਲੈਂਦੇ ਹੋ, ਦੁਬਾਰਾ ਫਿਰ ਇਹ ਆਪਣੇ ਆਪ ਨੂੰ ਸਿੱਧ ਕਰਦੇ ਹੋ ਕਿ ਮੈਂ ਆਪਦੀ ਜਗ੍ਹਾ ਠੀਕ ਆ, ਲੋਕ ਮੈਨੂੰ ਗਲਤ ਕਹਿੰਦੇ ਜਿਹੜੇ ਉਹ ਗਲਤ ਆ। ਹਾਂ ਠੀਕ ਹੈ, ਗਾਲ ਬੰਦਾ ਗਲਤ ਹੈ, ਗਾਲ ਬੰਦਾ ਗਲਤ ਆ, ਪਰ ਇਹ ਤਾਂ ਤੁਹਾਡੀ ਗਲਤੀ ਹੈ ਨਾ ਜੀ, ਉੱਥੇ ਜਾ ਕੇ ਜਿਸ ਤਰ੍ਹਾਂ ਚਿਚੜੀ ਛੋੜੀ ਹੈ। ਪਰ ਕਮਾਲ ਦੀ ਗੱਲ ਹੈ ਕਿ 4 ਦਿਨਾਂ 'ਚ ਗੀਤ ਰਿਕਾਰਡ ਹੋ ਗਿਆ, ਲਿਖਿਆ ਵੀ ਗਿਆ। ਆ 3 ਦਿਨ ਪਹਿਲਾਂ ਮਾਫੀ ਮੰਗੀ ਇਹਨਾਂ ਨੇ, 3 ਦਿਨਾਂ 'ਚ ਗੀਤ ਲਿਖਿਆ ਵੀ ਗਿਆ, ਗੀਤ ਦੀ ਕੰਪੋਜੀਸ਼ਨ ਵੀ ਬਣ ਗਈ, ਗੀਤ ਰਿਕਾਰਡ ਵੀ ਹੋ ਗਿਆ, ਗੀਤ ਆ ਵੀ ਗਿਆ। ਕਿਤੇ ਇਹ ਤਾਂ ਨਹੀਂ ਕਿ ਗੀਤ ਪਹਿਲਾਂ ਹੀ ਰਿਕਾਰਡ ਸੀ ਜੀ। ਇਹ ਵੀ ਕੋਈ ਪਤਾ ਨਹੀਂ, ਅੱਜ ਕੱਲ ਬਹੁਤ ਕੁਝ ਚੱਲਦਾ ਸਮਾਨ ਵੇਚਣ ਵਾਸਤੇ, ਸੌਦਾ ਵੇਚਣ ਵਾਸਤੇ। ਖੈਰ ਜੋ ਵੀ ਹੈ, ਨਿੱਕੂ ਸਾਹਿਬ ਇਸ ਗੱਲ ਨੂੰ ਆਪੇ ਹੀ ਮਾਫੀ ਮੰਗ ਕੇ ਤੇ ਖਤਮ ਕਰ ਦਿੰਦੇ, ਆਪੇ ਹੀ ਫਿਰ ਰਿਪਲਾਈ ਦੇ ਕੇ ਤੇ ਸ਼ੁਰੂ ਕਰ ਲੈਂਦੇ ਹੋ। ਸਮਝ ਤੋਂ ਪਰੇ ਆ ਕੀ ਕੰਮ ਬਣਿਆ ਪਿਆ। ਗੱਲ ਕਰੀਏ ਪੀਸੀਐਸ ਜੌਲ ਦੀ, ਕਹਿੰਦੇ ਸਾਬਕਾ ਪੀਸੀਐਸ ਜੌਲ ਹੁਣ ਨੱਪਿਆ ਗਿਆ ਜੀ। ਹਾਂਜੀ, ਇਹੋ ਅਮਰੂਦ ਘਟਾਲਾ ਜਿਹੜਾ ਕੁਝ ਅਫਸਰਾਂ ਵਾਸਤੇ ਬਰੂਦ ਘਟਾਲਾ ਬਣਿਆ ਪਿਆ ਹੈ ਕਿ ਅਮਰੂਦ ਬਰੂਦ ਬਣ ਗਏ ਆ। ਜਿਵੇਂ ਨਾ ਫੂਲ ਬਣੇ ਅੰਗਾਰੇ, ਇੱਕ ਬੜੀ ਫਿਲਮ ਆਈ ਸੀਗੀ ਤਗੜੀ, ਫੂਲ ਬਣੇ ਅੰਗਾਰੇ, ਤਾਂ ਇੱਥੇ ਅਮਰੂਦ ਬਰੂਦ ਬਣ ਗਏ ਆ ਜੀ। ਉਹ ਜਿਹਦੇ ਢਿੱਡ ਦੇ ਵਿੱਚ ਫਟਦੇ ਆ, ਲੈ ਬੈਂਦੇ ਆ ਜੀ। ਤਾਂ ਇਹ ਆ ਕਿ ਹੁਣ ਇਹ ਜੌਲ ਸਾਹਿਬ ਜਿਹੜੇ ਆ ਨੱਪੇ ਗਏ ਆ, ਜਿਨ੍ਹਾਂ ਤੇ ਦੋਸ਼ ਇਹ ਹੈ, ਬੜਾ ਵੱਡਾ ਦੋਸ਼ ਹੈ ਵੈਸੇ, ਕਿ ਬਿਨਾਂ ਕਿਸੇ ਵੈਰੀਫਿਕੇਸ਼ਨ ਦੇ ਇਹਨਾਂ ਨੇ 124 ਕਰੋੜ ਰੁਪਈਆ ਜਾਰੀ ਕਰ ਦਿੱਤਾ। ਕਿੰਨਾ? 124 ਕਰੋੜ ਰੁਪਈਆ ਜੀ। ਐ ਬੋਲਦੇ ਹੀ ਲੱਗਦਾ ਕਿ ਜਿਵੇਂ ਬਈ ਸਾਹ ਹੀ ਰੁਕ ਜਾਣਾ। 124 ਕਰੋੜ। ਤਾਂ ਤੁਸੀਂ ਇਹ ਸਮਝੋ ਇਸ ਚੀਜ਼ ਨੂੰ
ਕਿ ਇੱਕ ਬੜੀ ਵੱਡੀ ਗੇਮ ਸੀਗੀ ਜਿਹਦੇ ਚ ਚਲੋ ਇਹ ਸਾਬਕਾ PCS ਆ ਗਿਆ ਕਾਬੂ। ਮੈਂ ਤੁਹਾਨੂੰ ਥੋੜੀ ਜਿਹੀ ਇਹਦੀ ਜਾਣਕਾਰੀ ਦੱਸ ਦਿੰਦਾ ਬੇਸਿਕ, ਫਿਰ ਉਥੋਂ ਸਮਝ ਆ ਜਾਏਗਾ ਕਿ ਗਮਾਡਾ ਜਿਹੜੀ ਹੈ ਨਾ, ਗਮਾਡਾ ਜੋ ਮੋਹਾਲੀ ਦੇ ਵਿੱਚ ਸਾਰਾ ਕੁਝ ਕਰਦੀ ਹੈ, ਜੀ ਜੀ, ਇਹਨਾਂ ਜ਼ਮੀਨ ਐਕਵਾਇਰ ਕਰਨੀ ਸੀਗੀ ਵੱਖ-ਵੱਖ ਪ੍ਰੋਜੈਕਟਾਂ ਵਾਸਤੇ। ਗਮਾਡਾ ਦੇ ਵਿੱਚ ਹੀ ਜਦੋਂ ਇੱਕ ਹੁੰਦਾ ਆਰਟੀਕਲ 11 ਇਹਨਾਂ ਦਾ, ਆਪਣਾ ਧਾਰਾ, ਸੰਵਿਧਾਨ ਦੀ ਧਾਰਾ ਹੁੰਦੀ ਹਰੇਕ ਦੀ, ਜਿਵੇਂ ਪਾਰਟੀ ਦਾ ਸੰਵਿਧਾਨ ਹੈ, ਆਪੋ ਆਪਣਾ ਕੰਮ ਕਰਨ ਦਾ ਵਿਧੀ ਵਿਧਾਨ ਹੈ। ਤਾਂ ਜਦੋਂ ਧਾਰਾ 11 ਲੱਗ ਜਾਂਦੀ ਹੈ ਨਾ, 11 ਧਾਰਾ ਆਰਟੀਕਲ, ਸੌਰੀ ਉਹ ਤਾਂ ਨਹੀਂ ਕਵਾਂਗੇ ਆਪਾਂ, ਧਾਰਾ ਜਿਹੜੀ 11 ਹੁੰਦੀ ਆ ਇਹਨਾਂ ਦੇ ਕਾਇਦੇ ਕਾਨੂੰਨ ਦੀ, ਤਾਂ ਉਹ ਜਦੋਂ ਲਾਗੂ ਹੋ ਜਾਂਦੀ ਆ ਤਾਂ ਉਹਦੇ ਚ ਕੀ ਹੈ ਕਿ ਫਿਰ ਗਾਂ ਕੋਈ ਖਰੀਦੋ ਫਰੋਖਤ ਨਹੀਂ ਹੋ ਸਕਦੀ ਵਕਤ ਜ਼ਮੀਨ ਦੀ। ਤੇ ਸਭ ਤੋਂ ਵੱਡੀ ਗੱਲ ਹੈ ਕਿ ਕੋਈ ਵੀ ਇਨਫੋਰਮੇਸ਼ਨ ਲੀਕ ਨਹੀਂ ਹੋ ਸਕਦੀ। ਉਹ ਇੱਕ ਗੁਪਤ ਪ੍ਰੋਸੈਸ ਹੁੰਦਾ ਕਿ ਕਿੱਥੇ ਇਹ ਜ਼ਮੀਨ ਐਕਵਾਇਰ ਕਰਨੀ ਹੈ, ਕਿੰਨੇ ਚ ਕਰਨੀ ਹੈ, ਕੀ ਵਾਰਡ ਦੇਣਾ ਹੈ। ਅਸਲ ਚ ਧਾਰਾ 11 ਲਾਗੂ ਹੋਣ ਤੇ ਬਾਅਦ ਬਾਕਰਪੁਰ ਏਰੀਏ ਦੇ ਵਿੱਚ ਜਿਹੜੇ 2 ਵੱਡੇ ਅਧਿਕਾਰੀ ਸੀਗੇ ਉਹਨਾਂ ਨੇ ਲੀਕ ਕੀਤੀ ਖਬਰ, ਨੈਕਸਸ ਕਾਇਮ ਹੋਇਆ, ਵਿੱਚ ਰੈਵਨਿਊ ਵਾਲੇ, ਬਾਗਬਾਨੀ ਵਾਲੇ, ਇਹ ਸਾਰੇ ਕੁਝ ਦਲਾਲ ਇਹ ਜੁੜੇ, ਇਹਨਾਂ ਨੇ ਵਿਉਂਤਬੱਧ ਤਰੀਕੇ ਦੇ ਨਾਲ ਇਹ ਸਾਰਾ ਫਿਰ ਉੱਥੇ ਬਗੀਚਾ ਦਿਖਾ ਕੇ, ਬੂਟੇ ਦਿਖਾ ਕੇ ਅਮਰੂਦਾਂ ਦੇ, ਇਸ ਤਰ੍ਹਾਂ ਇਹਨਾਂ ਨੇ ਤਕਰੀਬਨ 142 ਕਰੋੜ ਦਾ ਕੀਤਾ ਹੈ। ਹੁਣ ਕਮਾਲ ਦੀ ਗੱਲ ਇਹ ਆ ਕਿ ਇਹ 18ਵੀਂ ਕਿ 20ਵੀਂ ਗ੍ਰਿਫਤਾਰੀ ਹੈ, ਜੇ ਮੋਟੇ ਤੌਰ ਤੇ ਮੈਂ ਅੰਦਾਜ਼ਾ ਲਾਵਾਂ, ਤੇ ਉਹ ਜਿਹੜੇ 2 ਵੱਡੇ ਆ ਜਿਨ੍ਹਾਂ ਨੇ ਉਸ ਵੇਲੇ ਸੂਚਨਾ ਲੀਕ ਕੀਤੀ, ਨਾ ਤੇ ਉਹਨਾਂ ਦਾ ਕੱਖ ਵਿਗੜਿਆ ਤੇ ਗਾਂ ਉਹਨਾਂ ਦੀਆਂ ਜਨਾਨੀਆਂ ਦੋਨਾਂ ਨੇ ਹੀ ਕਪਲਾ ਕੀਤਾ ਹੈ। ਉਹਨਾਂ ਦਾ ਦੋਨਾਂ ਦਾ FIR ਚ ਨਾ ਹੈ, ਨਾ ਹੀ ਉਹਨਾਂ ਦਾ ਕੁਝ ਵਿਗੜਿਆ। ਠੀਕ ਹੈ, ਹਾਂਜੀ, ਉਹ ਵੀ ਉਹ ਮਤਲਬ ਕਿ ਆਪਣੀਆਂ ਜਨਾਨੀਆਂ ਦੇ ਨਾਂ ਤੇ ਉੱਥੇ ਜ਼ਮੀਨ ਕਟਵਾ ਕੇ ਤੇ ਮੁਆਵਜ਼ਾ ਲੈ ਗਿਆ। ਇੱਕ DC ਆ ਤੇ ਇੱਕ ਤੇ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਹਿ ਲੋ ਕਿ ਲਾਡਲਾ ਕਮਾਊ ਪੁੱਤਿਆ। ਜੀ, ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ, ਤੇ ਆਪਾਂ ਗੱਲ ਕਰੀਏ ਵਿਧਾਇਕ ਦੇ ਕਹਿੰਦੇ ਖਾਲੀ ਭਾਂਡੇ ਵਾਲਾ ਵੀਡੀਓ ਵਾਇਰਲ ਹੋ ਗਿਆ, ਜਿਹਦੇ ਚ ਅੱਗ ਬੁਝਾਈ ਜਾਂਦੇ ਵਿਧਾਇਕ ਸਾਹਿਬ। ਹਾਂ ਦੇਖੋ, ਬਸ ਉਹ ਦਿਖਾ ਰਹੇ ਆ ਵੀ ਖਜ਼ਾਨੇ ਦਾ ਵੀ ਹਾਲ ਇਹੋ ਜਿਹਾ ਹੀ ਆ। ਖਜ਼ਾਨੇ ਦਾ ਵੀ ਹਾਲ ਇਹੋ ਜਿਹਾ ਵੀ ਜਿਹੜੀ ਔੜ ਲੱਗੀ ਪਈ ਆ ਵਿਕਾਸ ਦੀ, ਤਾਂ ਉਹ ਔੜ ਨੂੰ ਸਿੰਝਣ ਵਾਸਤੇ ਵੀ ਸਾਡੇ ਕੋਲ ਕੁਝ ਨਹੀਂ ਹੈਗਾ। ਵੀ ਜੇ ਅੱਗ ਖਾਲੀ ਭਾਂਡੇ ਨਾਲ ਬੁਝਾਈ ਜਾਂਦੇ ਆ ਤੇ ਵਿਕਾਸ ਜਿਹੜੀ ਔੜ ਲੱਗੀ ਹੈ ਨਾ ਵਿਕਾਸ ਦੀ, ਉਹਦੀ ਸਿੰਗਾਈ ਵੀ ਇਸੇ ਤਰੀਕੇ ਨਾਲ ਹੀ ਹੋਊਗੀ। ਇਹ ਆਪਣੇ ਆਪ ਦੇ ਵਿੱਚ ਦੱਸਦਾ, ਜਿਵੇਂ ਆਪਾਂ ਫੋਟੋ ਵਾਲਾ ਦੇਖਿਆ, ਉਹ ਜੋ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ, ਵੀ ਉਸੇ ਤਰ੍ਹਾਂ ਦਾ ਹੀ ਇਹ ਵੀ ਮੰਤਰ ਹੈ ਨਾ। ਤੇ ਕੀ ਉਹ ਚੱਲ ਰਿਹਾ, ਕੀ ਖੰਡ ਕਰ ਲੁਧਿਆਣੇ ਇਹ ਹੈਗਾ MLA ਜਿਸਨੇ ਸਾਰਾ ਕੁਝ ਕੀਤਾ, ਤਾਂ ਸ਼ਰਮ ਆਉਣੀ ਚਾਹੀਦੀ ਆ। ਕਿਹੜੀਆਂ ਇਹ ਗੱਲਾਂ ਚ ਪਏ ਹੋਏ ਆ ਪੱਪੀ ਸਾਹਿਬ, ਤਾਂ ਇਹ ਥੋੜਾ ਜਿਹਾ ਨੂੰ ਸੋਚਣਾ ਚਾਹੀਦਾ। ਵੈਸੇ ਕੰਮ ਅੱਛਾ ਕਰਦੇ ਨੇ ਇਸ ਵੇਲੇ, ਡਰੱਗ ਡਰੁੱਗ ਦੇ ਮਾਮਲੇ ਚ ਐਡਿਕਟਡ ਬੰਦਿਆਂ ਨੂੰ ਇਲਾਜ ਲੂਜ ਵੀ ਦੇ ਦਿੰਦੇ ਆ। ਪਰ ਇਹ ਤਾਂ ਹੁਣ ਜਿਹੜਾ ਇਸ ਤਰ੍ਹਾਂ ਦਾ ਨਮੋਸ਼ੀ ਦਾ ਸਬਬ ਹੈ, ਤਾਂ ਬਚਣਾ ਚਾਹੀਦਾ। ਇਸ ਤਰ੍ਹਾਂ ਦੇ ਪਖੰਡ, ਇਸ ਤਰ੍ਹਾਂ ਦੇ ਸਟੰਟ ਜਿਹੜੇ ਆ ਅੱਜ ਕੱਲ ਫੜੇ ਜਾਂਦੇ ਆ। ਤੁਹਾਨੂੰ ਲੱਗਦਾ ਹੋਏਗਾ ਦੂਰੋਂ ਇੱਕ ਕੋਈ ਬੰਦਾ ਕੈਮਰਾ ਚਲਾ ਰਿਹਾ, ਅੱਜ ਕੱਲ ਬੜੇ ਲੋਕ ਸ਼ੈਤਾਨ ਆ, ਉਹਨਾਂ ਦੇ ਕੋਲ 2 ਮੋਬਾਈਲ ਹੁੰਦੇ ਆ। ਹੋ ਸਕਦਾ ਇੱਕ ਨੂੰ ਉੱਥੇ ਫੜਾਇਆ ਹੋਵੇ ਤੇ ਇੱਕ ਨੇ ਤੁਹਾਡੇ ਲਾਗਿਓ ਵੀਡੀਓ ਬਣਾ ਲਈ ਹੋਵੇ। ਤੇ ਅੱਜ ਕੱਲ ਜਿਹੜੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਉਹ ਤੁਹਾਡੇ ਆਪਣਿਆਂ ਵੱਲੋਂ ਹੀ ਬਣਾਈਆਂ ਹੁੰਦੀਆਂ ਨੇ ਜ਼ਿਆਦਾਤਰ। ਇਸ ਕਰਕੇ ਵਿਧਾਇਕ ਸਾਹਿਬ ਫੜੇ ਗਏ। ਹੁਣ ਕਹਿੰਦੇ ਉਹ ਜਿਵੇਂ ਬੰਦਾ ਜਦੋਂ ਬਹੁਤ ਜ਼ਿਆਦਾ ਹੋ ਜਾਂਦਾ ਨਾ ਬੇਇੱਜ਼ਤ, ਤੇ ਇਹ ਤੇ ਯਾਰ ਪੁਰਾਣੀ ਆ। ਹੁਣ ਉਹ ਕਹਿ ਰਹੇ ਪੁਰਾਣੀ ਆ, ਪਰ ਗੱਲ ਤੇ ਇਹ ਹੈ ਕਿ ਸਿਆਸਤ ਦੀ ਕਹਾਣੀ ਆ, ਬਚਣਾ ਚਾਹੀਦਾ। ਗੁਰੇਜ਼ ਕਰੋ ਇਹਨਾਂ ਚੀਜ਼ਾਂ ਤੋਂ ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਮਣੀਪੁਰ ਦੇ ਮਾਮਲੇ ਦੀ। ਮਣੀਪੁਰ ਦੀ ਘਟਨਾ ਨੇ ਦੁਨੀਆ ਭਰ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ। ਮਿੰਟੂ ਜੀ, ਇੰਗਲੈਂਡ ਦੀ ਸੰਸਦ ਦੇ ਵਿੱਚ ਵੀ ਇਹ ਮੁੱਦਾ ਗੂੰਜਿਆ ਜੀ। ਇਹ ਸ਼ਰਮਨਾਕ ਗੱਲ ਆ। ਮੈਂ ਕੱਲ ਹੀ ਗੱਲ ਕਰਦਾ ਪਿਆ ਸੀ, ਮੈਂ ਕਿਹਾ ਇੱਕ ਮੰਤਰੀ ਪੱਧਰ ਤੇ ਬੇਇੱਜ਼ਤੀ ਹੈ ਜੀ, ਤੇ ਸਿਰ 'ਚ ਹੁਣ ਸੁਆਹ ਪਵੇਗੀ। ਅੱਛਾ, ਗੱਲ ਕੀ ਹੈ ਕਿ UK ਨਾਲ, ਜਾਨੀ ਕਿ ਜੇ ਆਪਾਂ ਇੰਗਲੈਂਡ ਨਾਲ ਦੇਖੀਏ, ਵੈਸੇ ਕੈਨੇਡਾ ਦਾ ਮੂੰਹ ਚੋਂ ਨਿਕਲ ਗਿਆ, ਕੈਨੇਡਾ ਵੀ ਗਿਣ ਲਓ। ਕੈਨੇਡਾ ਤੇ ਇੰਗਲੈਂਡ ਦੋਨਾਂ ਦੇ ਨਾਲ ਹੀ ਸਬੰਧ ਇਹਨਾਂ ਦੇ ਡਿਪਲੋਮੈਟਿਕ ਕੋਈ ਅੱਛੇ ਨਹੀਂ ਹੈ ਜੇ ਤੁਸੀਂ ਵੇਖੋਗੇ। ਠੀਕ ਹੈ। ਤੇ ਦੋਨਾਂ ਦੇ ਨਾਲ ਹੀ ਵਪਾਰਕ ਸਮਝੌਤੇ ਜਿਹੜੇ ਰੁਕੇ ਪਏ ਆ।
ਉਹ ਵੱਖਰੇ ਵੱਖਰੇ ਕਾਰਨ ਹੈ, ਖਾਸ ਤੌਰ ਤੇ ਸਭ ਤੋਂ ਵੱਡਾ ਖਾਲਿਸਤਾਨ ਮੂਵਮੈਂਟ ਦਾ ਕਾਰਨ ਹੈ। ਤੇ ਇੱਥੇ ਵੀ ਜੇ ਤੁਸੀਂ ਦੇਖੋਗੇ ਫ੍ਰੀ ਟ੍ਰੇਡ ਐਗਰੀਮੈਂਟ ਅੜਿਆ ਹੋਇਆ ਹੈ ਇੰਗਲੈਂਡ ਦੇ ਨਾਲ ਵੀ। ਹੁਣ ਇਹ ਹੁੰਦੀਆਂ ਡਿਪਲੋਮੈਟਿਕ ਚਾਲਾਂ ਬਈ, ਇੰਡੀਆ ਉਹਨਾਂ ਨੂੰ ਦਬਾ ਲੈਂਦਾ ਕਿਸੇ ਮੌਕੇ ਤੇ, ਫਿਰ ਜਦੋਂ ਉਹ ਆਉਂਦਾ, ਹੁਣ BBC ਵਾਲੇ ਮਾਮਲੇ ਤੇ ਵੀ ਤੁਸੀਂ ਦੇਖਿਆ ਹੋਏਗਾ ਕਿ ਕਿਸ ਤਰ੍ਹਾਂ ਡਿਪਲੋਮੈਸੀ ਚੱਲੀ ਸੀ। ਜੀ ਹੋਇਆ ਨਾ ਸਾਰਾ ਕੁਝ, ਕਿ ਪਹਿਲਾਂ ਇੱਕ ਵਾਰੀ ਕੁਝ ਡਿਫੈਂਡ ਕਰਦੇ ਰਹੇ ਨੇਤਾ, ਫਿਰ ਲੇਟਰ ਤੁਸੀਂ ਦੇਖਿਆ ਹੋਣਾ ਕਿ ਬਾਅਦ ਦੇ ਵਿੱਚ ਫਿਰਮੇ ਹੋ ਗਏ ਉਧਰੋਂ ਵੀ, ਫਿਰ ਇਧਰੋਂ ਇਹਨਾਂ ਨੇ BBC ਨੂੰ ਛਾਪੇ ਛੁਪੇ ਮਾਰ ਕੇ ਚੰਗਾ ਅੱਗੇ ਲਾਇਆ। ਫਿਰ ਉਹ ਜਿਹੜਾ ਅੰਬੈਸੀ ਵਾਲਾ ਮਸਲਾ, ਉਹਦੇ ਤੇ ਵੀ ਆਮੋ ਸਾਹਮਣੇ ਇਹਨਾਂ ਨੇ ਇਹਨਾਂ ਦੀ ਅੰਬੈਸੀ ਦੀ ਇੱਥੋਂ ਸਿਕਿਉਰਿਟੀ ਹਟਾਤੀ ਸੀ, ਇੱਕ ਫੋਰਟੈਟ ਵਾਲਾ। ਤਾਂ ਗੱਲ ਇਹ ਹੈ ਕਿ ਉਹ ਚੱਲਦਾ ਪਿਆ ਸੀ, ਤਾਂ ਹੁਣ ਇਹਨਾਂ ਨੇ ਜਾਨੀ ਸੰਸਦ ਦੇ ਵਿੱਚ ਇਹ ਮੁੱਦਾ ਚੁੱਕ ਲਿਆ ਜੀ, ਤੇ ਚੰਗੀ ਆ, ਚੁੱਕਣਾ ਚਾਹੀਦਾ। ਸਾਡੇ ਵਾਸਤੇ ਇਹ ਸ਼ਰਮਨਾਕ ਗੱਲ ਆ। ਤੇ ਦੂਜੀ ਗੱਲ ਆ ਕਿ ਬਈ ਚਲੋ ਤੁਸੀਂ ਆਪਣਾ ਘਰ ਵੀ ਵੇਖੋ, ਜੇ ਕਿਸੇ ਦੇ ਘਰ 'ਚ ਝਾਕਦੇ ਹੋ, ਜੇ ਕੱਲ ਨੂੰ ਤੁਹਾਡੇ ਘਰ 'ਚ ਕੁਝ ਹੁੰਦਾ ਤੇ ਅਗਲੇ ਵੀ ਇਦਾਂ ਹੀ ਕਰੂਗੇ। ਇਹ ਤਾਂ ਡਿਪਲੋਮੈਸੀ ਹੈ ਨਾ, ਡਿਪਲੋਮੈਟਿਕ ਤੁਹਾਨੂੰ ਪਤਾ ਹੀ ਪੈਂਤੜੇਬਾਜ਼ੀ ਆ। ਪਰ ਹਕੀਕਤ ਕੀ ਆ? ਹਕੀਕਤ ਇਹ ਆ ਕਿ ਸਾਡੇ ਇਹ ਬੇਈਮਾਨ ਜਿਹੜੇ ਬੰਦੇ ਆ, ਬੇਈਮਾਨ ਮੈਂ ਇਹ ਨਹੀਂ ਕਹਿੰਦਾ ਕਿ ਬੇਈਮਾਨ ਕੋਈ ਕਰਪਸ਼ਨ ਕਰਨ ਵਾਲਾ ਇਕੱਲਾ ਬੇਈਮਾਨ ਹੁੰਦਾ ਹੈ। ਬੇਈਮਾਨ ਹੁੰਦਾ ਜੋ ਨਿਜ਼ਾਮ ਨੂੰ ਚਲਾਉਣ ਵੇਲੇ ਨਿਰਪੱਖਤਾ ਦੇ ਨਾਲ ਨਹੀਂ ਚੱਲਦਾ ਜਾਂ ਪਰਪੱਕਤਾ ਦੀ ਘਾਟ ਹੁੰਦੀ ਹੈ। 3 ਮਈ ਤੋਂ ਹਿੰਸਾ ਸ਼ੁਰੂ ਹੋਈ ਹੈ। ਪ੍ਰਧਾਨ ਮੰਤਰੀ ਟਵੀਟ ਕਰਨ ਡਿਆ ਕੱਲ, ਕੀ ਗੱਲ ਹੈ ਬਈ? ਐਲਨ ਮਸਕ ਨੇ ਉਹਦੇ ਟਵਿੱਟਰ ਬਲੌਕ ਕੀਤੇ ਹੋਏ ਸਨ, ਟਵਿੱਟਰ ਤੋਂ। ਤੁਹਾਨੂੰ ਵੇਖਣਾ ਚਾਹੀਦਾ, ਤੁਸੀਂ ਕਿਉਂ ਨਹੀਂ ਉਸ ਸਰਕਾਰ ਨੂੰ ਬਰਖਾਸਤ ਕੀਤਾ ਹੁਣ ਤੱਕ? ਇਹ ਵੇਖਣ ਵਾਲੀ ਗੱਲ ਹੈ ਨਾ ਕਿ ਤੁਸੀਂ ਇਸ ਘਟਨਾ ਨੂੰ ਇਹ ਏਦਾਂ ਦੇਖੋ ਨਾ ਕਿ ਉੱਥੇ ਜੋ ਹੋਇਆ 3 ਮਈ ਨੂੰ ਹੋਇਆ ਤੇ FIR 20 ਜੂਨ ਨੂੰ ਹੋਣ ਡਈ ਆ। ਯਾਨੀ ਇਹਦਾ ਮਤਲਬ ਹੈ ਕਿ ਪੁਲਿਸ, ਸਰਕਾਰ ਸਭ ਉੱਥੇ ਫੇਲ ਹੋ ਗਏ ਨੇ। ਬਿਲਕੁਲ। ਤੇ ਜੇ ਤੁਸੀਂ ਇਸ ਤਰ੍ਹਾਂ ਆਪਣੀ, ਕਿਉਂਕਿ ਜੇ ਤੁਸੀਂ ਆਪਣੀ ਸਰਕਾਰ ਉੱਥੇ ਬਰਖਾਸਤ ਕਰਦੇ ਹੋ ਤੇ ਤੁਸੀਂ ਬਹੁਤ ਹੌਲੇ ਪੈ ਜਾਓਗੇ। 2024 ਤੋਂ ਪਹਿਲਾਂ ਇੱਕ ਸਟੇਟ ਦੀ ਸਰਕਾਰ ਫੇਲ ਹੋ ਗਈ ਤੇ ਇਹਨਾਂ ਨੂੰ ਬਰਖਾਸਤ ਕਰਨੀ ਪਈ, ਗਵਰਨਰੀ ਰਾਜ ਲਾਉਣਾ ਪਿਆ। ਪਰ ਜੇ ਤੁਸੀਂ ਏਦਾਂ ਹੀ ਲਮਕਾਉਂਦੇ ਰਹੇ ਨਾ ਪ੍ਰਵੀਨ ਜੀ, ਕਹਾਣੀ ਪਤਾ ਕੀ ਆ? ਜਿਹੜੇ ਰੇਬਲ ਹੈਗੇ ਸੀਗੇ ਨਾ ਉਹਨਾਂ ਦੇ ਗਰੁੱਪ, ਉਹ ਸਾਰੇ ਆ ਗਏ ਨੇ। ਅੱਧੇ ਉਹਨਾਂ ਨੂੰ ਲੀਡ ਕਰ ਰਹੇ, ਅੱਧੇ ਉਹਨਾਂ ਨੂੰ ਲੀਡ ਕਰ ਰਹੇ ਨੇ। ਤੇ ਕੱਲ ਨੂੰ ਚਾਈਨਾ ਨੇ ਉੱਥੇ ਹਥਿਆਰ ਸੁੱਟਣੇ ਸ਼ੁਰੂ ਕਰ ਦਿੱਤੇ ਨਾ, ਪੈਸਾ ਸੁੱਟਣਾ ਸ਼ੁਰੂ ਕਰ ਦਿੱਤਾ ਨਾਰਥ ਈਸਟ ਚ, ਤੇ ਇਹ ਭਾਈ ਕੰਨਾਂ ਚੋਂ ਸੇਕ ਕਢਵਾ ਲੈਣਗੇ। ਇਹਨਾਂ ਨੂੰ ਸੋਚਣਾ ਚਾਹੀਦਾ, ਕੰਨਾਂ ਚੋਂ ਧੂਆਂ ਨਿਕਲ ਆਏਗਾ। ਉਹ ਤਾਂ ਅਰੁਣਾਚਲ ਪਹਿਲਾਂ ਤੋੜਨ ਨੂੰ ਫਿਰਦੇ ਆ। ਇਸ ਕਰਕੇ ਇਹ ਬੜਾ ਗੰਭੀਰਤਾ ਨਾਲ ਵੇਖਣ ਵਾਲਾ ਮਸਲਾ ਸੀ। ਪਰ ਮੈਂ ਸਮਝਾਂਗਾ ਕਿ ਬਹੁਤ ਅਣਗਹਿਲੀ ਹੋਈ ਹੈ ਇਸ ਮੁੱਦੇ ਤੇ ਜੀ, ਤੇ ਇਸੇ ਕਰਕੇ ਘਟਨਾਵਾਂ ਜਿਹੜੀਆਂ ਨੇ ਉੱਥੇ ਵਾਪਰੀਆਂ, ਸ਼ਰਮਨਾਕ ਘਟਨਾਵਾਂ ਨੇ ਸਾਡੇ ਵਾਸਤੇ। ਜਿੱਦਾਂ ਕਹਿ ਲਈਏ ਨਮੋਸ਼ੀ ਇਸ ਗੱਲ ਦੀ ਕਿ ਅਸੀਂ ਇੱਥੇ ਬੰਦੇ ਗਿਣੀ ਜਾਂਦੇ, ਸਾਡੇ ਇਹ ਇੰਨੀ ਆਬਾਦੀ ਆ। ਅਸਲ ਦੇ ਵਿੱਚ ਸਾਡੇ ਇਸ ਸਮਾਜ ਦੇ ਵਿੱਚ ਨਾ ਸਿਰਫ ਬਹੁਤ ਜ਼ਿਆਦਾ ਬਿਮਾਰ ਮਾਨਸਿਕਤਾ ਵਾਲੇ ਲੋਕ ਰਹਿੰਦੇ ਆ, ਬਲਕਿ ਸਾਡੇ ਚ ਬਘਿਆੜ ਮਾਨਸਿਕਤਾ ਵਾਲੇ ਵੀ ਰਹਿੰਦੇ ਆ। ਬਿਮਾਰ ਮਾਨਸਿਕਤਾ ਵਾਲੇ ਵੀ ਤੇ ਬਘਿਆੜ ਮਾਨਸਿਕਤਾ ਵਾਲੇ ਵੀ। ਜੀ ਜੀ ਜੀ, ਮਿੰਟੂ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਸਰੇਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਕਰਾਂਗੇ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਗੱਲਬਾਤ ਕਰਦੇ ਹਾਂ ਕੁਝ ਹੋਰ ਖਾਸ ਖਬਰਾਂ ਦੇ ਬਾਰੇ। ਰੁਕ ਕਰਾਂਗੇ ਸਿਰਸਾ ਦਾ। ਸਿਰਸਾ ਦੇ ਵਿੱਚ ਘੱਗਰ ਦੇ ਵਿੱਚ ਇੱਕ ਵਾਰ ਫਿਰ ਤੋਂ ਪਾੜ ਪੈ ਗਿਆ ਤੇ ਹੁਣ ਰੰਗੋਈ ਨਾਲਾ ਵੀ ਮੁਸੀਬਤ ਲੋਕਾਂ ਦੇ ਲਈ ਬਣ ਗਿਆ। ਨੈਸ਼ਨਲ ਹਾਈਵੇ ਦੇ ਇੱਕ ਪਾਸੇ ਜਿਹੜੀ ਆਵਾਜਾਈ ਹੈ ਉਹ ਬੰਦ ਕਰਨੀ ਪਈ ਹੈ। ਘੱਗਰ ਤੋਂ ਬਾਅਦ ਹੁਣ ਰੰਗੋਈ ਨਾਲਾ ਲੋਕਾਂ ਦੇ ਲਈ ਮੁਸੀਬਤ ਬਣ ਚੁੱਕਿਆ। ਥਾਂ ਥਾਂ ਤੋਂ ਰੰਗੋਈ ਨਾਲੇ ਦੇ ਟੁੱਟ ਰਹੇ ਬੰਨਾਂ ਕਰਕੇ ਦਰਜਨਾਂ ਪਿੰਡਾਂ ਦੇ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਨਾਲੇ ਦਾ ਪਾਣੀ ਹੁਣ ਪਿੰਡ ਸਿਕੰਦਰਪੁਰ ਦੇ ਨੇੜੇ ਨੈਸ਼ਨਲ ਹਾਈਵੇ ਨੰਬਰ 9 ਤੇ ਚੜ੍ਹ ਗਿਆ। ਇਸ ਕਰਕੇ ਹਿਸਾਰ ਦਿੱਲੀ ਨੂੰ ਜਾਣ ਵਾਲੇ ਸੜਕ ਦੇ ਇੱਕ ਪਾਸੇ ਨੂੰ ਬੰਦ ਕਰ ਦਿੱਤਾ ਗਿਆ। ਸ਼ਹਿਰੀ ਆਬਾਦੀ ਨੂੰ ਰੰਗੋਈ ਨਾਲੇ ਦੇ ਪਾਣੀ ਤੋਂ ਬਚਾਉਣ ਦੇ ਲਈ ਪ੍ਰਸ਼ਾਸਨ ਵੱਲੋਂ ਪਿੰਡ ਵੈਦਵਾਲਾ ਤੇ ਬਾਜੇਕਾਂ ਨੂੰ ਜਾਣ ਵਾਲੀ ਸੜਕ ਤੇ ਬੰਨ੍ਹ ਬਣਾਇਆ ਜਾ ਰਿਹਾ। ਉਧਰ ਘੱਗਰ ਦੇ ਹੜ੍ਹ ਕਰਕੇ ਸਿਰਸਾ ਜ਼ਿਲ੍ਹੇ ਦੇ ਕਰੀਬ 15,000 ਏਕੜ ਰਕਬੇ ਦੇ ਵਿੱਚ ਬੀਜੀ ਫਸਲ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਤੇ ਅੱਧੀ ਦਰਜਨ ਪਿੰਡਾਂ ਦੇ ਬਾਹਰੀ ਇਲਾਕੇ ਦੇ ਵਿੱਚ ਜਿੱਥੇ ਪਾਣੀ ਦਾਖਲ ਹੋ ਗਿਆ ਉੱਥੇ ਹੀ ਦਰਜਨਾਂ ਢਾਣੀਆਂ ਪਾਣੀ ਦੇ ਵਿੱਚ ਘਿਰ ਚੁੱਕੀਆਂ ਨੇ। ਇਹਦੇ ਨਾਲ ਇੱਕ ਖਬਰ ਹੋਰ ਜਿਹੜੀ ਆ ਉਹ ਪਾਤੜਾਂ ਤੋਂ ਆ ਰਹੀ ਹੈ। ਸਵੇਰੇ ਸਕੂਲ ਟਾਈਮ ਤੋਂ ਪਹਿਲਾਂ ਤਿਆਰ ਹੋ ਕੇ ਡੇਰਾ ਗੋਬਿੰਦਪੁਰਾ ਤੋਂ ਸਕੂਲ ਜਾਂਦੇ 6ਵੀਂ ਜਮਾਤ ਦੇ ਵਿਦਿਆਰਥੀ ਅਸ਼ਮੀਤ ਸਿੰਘ ਨੇ ਭਾਖੜਾ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ। ਇਸ ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਕਿਸੇ ਰਾਹਗੀਰ ਨੇ ਭਾਖੜਾ ਨਹਿਰ ਦੇ ਕਿਨਾਰੇ ਸਕੂਲ ਬੈਗ ਤੇ ਸਾਈਕਲ ਦੇਖ ਕੇ ਜਾਣਕਾਰੀ ਦਿੱਤੀ। ਘਟਨਾ ਸਥਾਨ ਤੇ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਸਾਈਕਲ ਤੇ ਬੈਗ ਪਛਾਣ ਕੇ ਬਾਦਸ਼ਾਹਪੁਰ ਪੁਲਿਸ ਚੌਕੀ ਨੂੰ ਸੂਚਿਤ ਕੀਤਾ। ਪੁਲਿਸ ਤੇ ਪਰਿਵਾਰਕ ਮੈਂਬਰਾਂ ਵੱਲੋਂ ਗੋਤਾਖੋਰਾਂ ਦੀ ਮਦਦ ਦੇ ਨਾਲ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ। ਇਹਦੇ ਨਾਲ ਹੜ੍ਹ ਦੇ ਬਾਬਤ ਜੇ ਆਪਾਂ ਹੋਰ ਜਿਹੜੀਆਂ ਖਬਰਾਂ ਨੇ ਉਹ ਸਾਂਝੀਆਂ ਕਰਦੇ ਚੱਲੀਏ ਤਾਂ ਇਸ ਵੇਲੇ ਰਾਵੀ ਦੇ ਵਿੱਚ ਵੀ ਹੋਰ ਪਾਣੀ ਛੱਡਣ ਕਰਕੇ ਜਿਹੜਾ ਉਹ
ਕਈ ਪਿੰਡਾਂ ਦੇ ਵਿੱਚ ਹੜ੍ਹਾਂ ਦਾ ਜਿਹੜਾ ਖਤਰਾ ਬਣ ਚੁੱਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਾਵੀ ਦੇ ਵਿੱਚ ਕਈ ਪਿੰਡ ਜਿਹੜੇ ਨੇ ਉਹ ਇਸ ਵੇਲੇ 25 ਦੇ ਕਰੀਬ ਪਿੰਡ ਨੇ ਜਿਨ੍ਹਾਂ ਦੇ ਉੱਤੇ ਇਸ ਵੇਲੇ ਹੜ੍ਹ ਦਾ ਜਿਹੜਾ ਖਤਰਾ, ਪਾਣੀ ਆਉਣ ਦਾ ਜਿਹੜਾ ਖਤਰਾ ਹੈ। ਸੋ ਦੂਜੇ ਪਾਸੇ ਸਤਲੁਜ ਦੇ ਨਾਲ ਲੱਗਦੇ ਜਿਹੜੇ ਲੋਕ ਨਾਲ ਲੱਗਦੇ ਪਿੰਡ ਨੇ, ਉਹਨਾਂ ਪਿੰਡਾਂ ਦੇ ਲੋਕ ਵੀ ਜਿਹੜੇ ਨੇ ਉਹ ਪ੍ਰਭਾਵਿਤ ਨੇ। ਬਿਆਸ ਦਰਿਆ ਦਾ ਇੱਕ ਕਾਰਜੀ ਬੰਨ੍ਹ ਟੁੱਟ ਗਿਆ। ਸੁਲਤਾਨਪੁਰ ਲੋਧੀ ਦੇ ਇਹਨਾਂ ਪਿੰਡਾਂ ਦਾ ਜਿਹੜਾ ਸੰਪਰਕ ਆ ਉਹ ਕੱਟਿਆ ਗਿਆ। ਫਸਲਾਂ ਦੀ ਜਿਹੜੀ ਬਰਬਾਦੀ ਹੋ ਰਹੀ ਹੈ। ਇੱਥੋਂ ਤੱਕ ਕਿ ਜਿਹੜੀਆਂ ਟਰਾਲੀਆਂ ਇੱਥੇ ਕਿਸਾਨ ਵੀਰ ਲੈ ਕੇ ਆਏ ਸੀ ਬੰਨ੍ਹ ਲਾਉਣ ਵਾਸਤੇ, ਉਹ ਵੀ ਜਿਹੜੀਆਂ ਟਰਾਲੀਆਂ ਬੰਨ੍ਹ ਦੇ ਪਾਣੀ ਦੇ ਵਿੱਚ ਜਦੋਂ ਬੰਨ੍ਹ ਟੁੱਟਿਆ ਤਾਂ ਹੜ੍ਹ ਗਈਆਂ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ, ਬਿਆਸ ਦਰਿਆ ਦੇ ਕਈ ਥਾਈਂ ਬੰਨ੍ਹ ਟੁੱਟੇ ਨੇ ਤੇ ਇਸ ਕਰਕੇ ਤਬਾਹੀ ਹੋਈ ਹੈ। ਤੇ ਇਹਦੇ ਨਾਲ ਜਿਹੜਾ ਰਾਵੀ ਦਾ ਮੈਂ ਜ਼ਿਕਰ ਕੀਤਾ ਸੀਗਾ, ਰਾਵੀ ਦੇ ਵਿੱਚ ਵੀ ਇਸ ਵੇਲੇ ਪਾਣੀ ਛੱਡਣ ਕਰਕੇ ਉੱਧਰ ਦੇ ਕਈ ਪਿੰਡਾਂ ਦੇ ਵਿੱਚ, ਖਾਸ ਕਰਕੇ ਉਸ ਹਿੱਸੇ ਦੇ ਵਿੱਚ ਜਿਹੜਾ ਹਿੱਸਾ ਰਾਵੀ ਦੇ ਨਾਲ ਲੱਗਦਾ, ਉੱਥੇ ਕਾਫੀ ਜਿਹੜੀ ਇਸ ਵੇਲੇ ਤਬਾਹੀ ਦਾ ਮੰਜ਼ਰ ਆ ਉਹ ਬਣਿਆ ਹੋਇਆ। ਤੇ ਇਸੇ ਕਰਕੇ ਹੁਣ ਜਿਹੜੇ ਕਈ ਇਲਾਕੇ ਨੇ ਉਹ ਪੰਜਾਬ ਦੇ ਇਸ ਵੇਲੇ ਹਲੇ ਵੀ ਹੜ੍ਹਾਂ ਦੇ ਪ੍ਰਭਾਵ ਹੇਠ ਨੇ। ਉਧਰ ਦੂਜੇ ਪਾਸੇ ਖਬਰ ਸੁਣਨ ਦੇ ਵਿੱਚ ਆ ਰਹੀ ਹੈ ਕਿ ਹਰੀ ਦੇ ਗੇਟ ਖੁਲਵਾਉਣ ਗਏ ਸੀਗੇ ਲੋਕ ਤੇ ਐਮਐਲਏ, ਪਰ ਇਸ ਮੌਕੇ ਅਫਸਰਾਂ ਦੇ ਨਾਲ ਐਮਐਲਏ ਦੀ ਬਹਿਸ ਹੋ ਗਈ। ਇਹ ਐਮਐਲਏ ਰਾਣਾ ਇੰਦਰਬੀਰ ਸਿੰਘ, ਜਿਹੜਾ ਕਿ ਰਾਣਾ ਗੁਰਜੀਤ ਦਾ ਪੁੱਤਰ ਹੈ, ਉੱਥੋਂ ਉਹ ਦੱਸਿਆ ਗਿਆ। ਤੇ ਇਹਦੇ ਨਾਲ ਕਈ ਹੋਰ ਪੰਜਾਬ ਦੇ ਵਿੱਚ ਐਸੀਆਂ ਖਬਰਾਂ ਜਿਹੜੀਆਂ ਉਹ ਵੇਖਣ ਨੂੰ ਮਿਲ ਰਹੀਆਂ ਨੇ। ਸਰਦੂਲਗੜ੍ਹ ਦੇ ਵਿੱਚ ਵੀ ਜਿਹੜਾ ਉਹ ਬਹੁਤ ਥਾਈਂ ਲੋਕਾਂ ਵੱਲੋਂ ਯਤਨ ਕੀਤੇ ਜਾ ਰਹੇ ਨੇ ਕਿ ਬਈ ਅਸੀਂ ਬੰਨ੍ਹ ਮਾਰ ਕੇ ਤੇ ਹੁਣ ਘੱਗਰ ਨੂੰ ਦੁਬਾਰਾ ਇੱਥੋਂ ਨਾ ਟੁੱਟਣ ਦੇਈਏ, ਦੁਬਾਰਾ ਇੱਥੋਂ ਨਾ ਸਾਡੇ ਇੰਨੀ ਤਬਾਹੀ ਕਰੇ। ਤੇ ਰਾਵੀ ਦਰਿਆ ਦੀ ਜਿਹੜੀ ਮੈਂ ਗੱਲ ਕੀਤੀ ਸੀ, 5 ਪਿੰਡਾਂ ਦਾ ਸੰਪਰਕ ਉੱਥੋਂ ਟੁੱਟ ਗਿਆ ਤੇ ਇਸ ਕਰਕੇ ਕਈ ਪਿੰਡਾਂ ਦੀਆਂ ਜਿਹੜੀਆਂ ਸੈਂਕੜੇ ਇੱਕ ਫਸਲ ਹੈ ਉਹ ਉੱਥੇ ਤਬਾਹ ਹੋ ਗਈ ਹੈ। ਉਧਰ ਪੰਜਾਬ ਤੇ ਹਰਿਆਣਾ ਦਾ ਜਿਹੜਾ ਬੰਨ੍ਹ ਬਚਾਉਣ ਦੇ ਲਈ ਲੋਕ ਜੁਟੇ ਹੋਏ ਆ। ਹਜ਼ਾਰਾਂ ਲੋਕਾਂ ਦਾ ਹਜੂਮ ਪਹੁੰਚਿਆ। ਘੱਗਰ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪਾੜ ਰੋਕਣ ਦੇ ਵਿੱਚ 25-30 ਪਿੰਡਾਂ ਦੇ ਲੋਕ ਲੱਗੇ ਹੋਏ ਆ। ਮੱਤੜ ਭੂੰਦੜ ਬੰਨ੍ਹ ਤੇ ਨਹੀਂ ਜਿਹੜਾ ਉਹ ਬਹੁਤ ਵੱਡਾ ਨੁਕਸਾਨ ਹੋ ਜਾਣਾ, ਇਸ ਕਰਕੇ ਉੱਥੇ ਸੈਂਕੜੇ ਟਰੈਕਟਰ ਟਰਾਲੀਆਂ ਜਿਹੜੀਆਂ ਉਹ ਬੰਨ੍ਹ ਨੂੰ ਪੂਰਨ ਦੇ ਵਿੱਚ, ਪਾੜ ਨੂੰ ਪੂਰਨ ਦੇ ਵਿੱਚ ਜਿਹੜਾ ਉਹ ਲੱਗੀਆਂ ਹੋਈਆਂ। ਇਹ ਪੂਰੇ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਸੀਗੇ, ਉਹ ਪੰਜਾਬ ਦੇ ਵਿੱਚ ਹੜ੍ਹਾਂ ਦੇ ਬਾਬਤ ਜਿਹੜੇ ਹਾਲਾਤ ਸੀਗੇ, ਉਹਨਾਂ ਨੂੰ ਲੈ ਕੇ ਆਪਾਂ ਜਿਹੜੀ ਹੈ ਉਹ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਤੇ ਇਹਦੇ ਨਾਲ ਗੱਲ ਕਰੀਏ ਨਜਾਇਜ਼ ਮਾਈਨਿੰਗ ਦੀ, ਜਾਂਦੇ ਮਾਛੀਵਾੜਾ ਸਾਹਿਬ ਦੇ ਵਿੱਚ ਹਮਲਾਵਰਾਂ ਨੇ ਬੀਤੀ ਰਾਤ ਸਤਲੁਜ ਦਰਿਆ ਕਿਨਾਰੇ ਰੇਤੇ ਦੀ ਨਜਾਇਜ਼ ਮਾਈਨਿੰਗ ਰੋਕਣ ਗਏ ਮਾਛੀਵਾੜਾ ਪੁਲਿਸ ਦੇ ਸਹਾਇਕ ਥਾਣੇਦਾਰ ਤੇ ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰ ਦਿੱਤਾ ਅਤੇ ਪੁਲਿਸ ਦੇ ਕਬਜ਼ੇ ਦੇ ਵਿੱਚੋਂ ਰੇਤੇ ਦੀ ਭਰੀ ਟਰਾਲੀ ਅਤੇ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਵੀ ਛੁਡਵਾ ਕੇ ਲੈ ਗਏ। ਉਹਨਾਂ ਦੇ ਵਿੱਚੋਂ ਇੱਕ ਮੁਲਜ਼ਮ ਦਾ ਮੋਬਾਈਲ ਫੋਨ ਅਤੇ 5000 ਰੁਪਏ ਵੀ ਖੋਹਿਆ ਗਿਆ। ਮਾਛੀਵਾੜਾ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ 7 ਜਣਿਆਂ ਦੀ ਪਛਾਣ ਕੀਤੀ ਗਈ ਹੈ। ਇਸ ਮਾਮਲੇ ਦੇ ਵਿੱਚ ਹਮਲੇ ਦੇ ਵਿੱਚ ਜ਼ਖਮੀ ਹੋਏ ਸਹਾਇਕ ਥਾਣੇਦਾਰ ਜਸਵੰਤ ਸਿੰਘ ਤੇ ਕਰਮਚਾਰੀ ਪਰਮਜੀਤ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਕੇਸ ਦੇ ਵਿੱਚ ਨਾਮਜ਼ਦ ਮੁਲਜ਼ਮਾਂ ਦੇ ਵਿੱਚੋਂ 2 ਦੀ ਪਛਾਣ ਸ਼ਸ਼ੀਪਾਲ ਅਤੇ ਵੈਦਪਾਲ, ਦੋਵੇਂ ਪਿਓ ਪੁੱਤਰ ਵਾਸੀ ਪਿੰਡ ਟੰਡੀ ਮੰਡ ਵਜੋਂ ਹੋਈ ਹੈ। ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਪਿੰਡ ਟੰਡੀ ਮੰਡ ਨੂੰ ਘੇਰ ਲਿਆ ਤੇ ਬਾਕੀ ਮੁਲਜ਼ਮਾਂ ਦੀ ਭਾਲ ਦੇ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਨਾਲ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਜਲਦ ਲੈ ਕੇ ਹਾਜ਼ਰ ਹੋਵਾਂਗੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।